ਚਿੱਤ ਰਹਿ ਕਰਕੇ ਚੰਦੂ ਵੱਲੋਂ ਦਿੱਤਾ ਹੋਇਆ ਹਰ ਤਸੀਹਾ ਸਬਰ ਦੇ ਨਾਲ ਚੱਲ ਰਹੇ ਜਰ ਰਹੇ ਹਨ। ਇਸੇ ਸਮੇਂ ਦੌਰਾਨ ਹੀ ਕੁਛ ਦੈਵੀ ਸ਼ਕਤੀਆਂ ਦੇ ਮਾਲਕ ਆ ਕਰਕੇ ਹਾਜ਼ਰ ਹੋਏ, ਜਿਨ੍ਹਾਂ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ, ਸਾਨੂੰ ਹੁਕਮ ਕਰੋ ਇਹਨਾਂ ਦੁਸ਼ਟਾਂ ਦਾ ਖਾਤਮਾ ਕੀਤਾ ਜਾਏ। ਜਿਨ੍ਹਾਂ ਵਿੱਚੋਂ ਪ੍ਰਸਿੱਧ ਯੋਗੀ ਗੋਰਖਨਾਥ ਆਪਣੇ 84 ਸਿੱਧਾਂ ਸਮੇਤ ਆ ਕਰਕੇ ਪਹੁੰਚਾ ਹੈ, ਜਿਸ ਨੇ ਸਿਪਾਹੀਆਂ ਨੂੰ ਮੂਰਛਿਤ ਬੇਹੋਸ਼ ਕਰ ਦਿੱਤਾ। ਸਾਹਿਬਾਂ ਨੂੰ ਨਮਸਕਾਰ ਨਮਸਕਾਰ ਦੇ ਵਚਨ ਉਚਾਰੇ, ਸੂਖਮ ਰੂਪ ਵਿੱਚ ਸਾਹਮਣੇ ਖਲੋ ਕੇ ਸਾਹਿਬਾਂ ਨੂੰ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਦਾ ਬੜਾ ਹਿਰਦਾ ਅਡੋਲ ਹੈ, ਨਿਸ਼ਚਾ ਬੜਾ ਪੱਕਾ ਹੈ, ਅਜਰ ਸ਼ਕਤੀ ਨੂੰ ਜਰਨ ਵਾਲਾ ਆਪ ਜੀ ਦੇ ਬਰਾਬਰ ਕੋਈ ਹੋਰ ਨਹੀਂ ਹੈ। ਪਹਿਲਾਂ ਦੇਵਤੇ ਆਏ, ਦੇਵਤੇ ਵੀ ਵਾਹ ਵਾਹ ਕਰਦੇ ਹੋਏ ਅਚਰਜ ਹੋ ਕਰਕੇ, ਮਹਾਰਾਜ ਤੁਸੀਂ ਅਜਰ ਸ਼ਕਤੀ ਨੂੰ ਜਰਨ ਵਾਲੀ ਹੱਦ ਕਰ ਦਿੱਤੀ ਹੈ। ਅੱਜ ਤੋਂ ਪਹਿਲਾਂ ਸੰਸਾਰ ਦੇ ਅੰਦਰ ਅਜਿਹਾ ਕੋਈ ਮਹਾਨ ਮਹਾਂਪੁਰਖ ਨਹੀਂ ਹੋਇਆ ਜਿਹੜਾ ਇੰਨੀ ਭਾਰੀ ਸੱਤਿਆ ਸ਼ਕਤੀ ਸਮਰੱਥਾ ਬਲ ਹੋਣ ਦੇ ਬਾਵਜੂਦ ਵੀ ਉਸ ਬਲ ਨੂੰ ਵਰਤੇ ਨਾ, ਅਜਰ ਸ਼ਕਤੀ ਨੂੰ ਜਰ ਜਾਏ। ਇਹ ਆਪ ਜੀ ਦੇ ਹੀ ਹਿੱਸੇ ਆਇਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਮਹਿਮਾ ਕਰਦੇ ਦੇਵਤੇ ਚਲੇ ਗਏ, ਸਿੱਧ ਆ ਗਏ, ਨਾਥ ਆ ਗਏ। ਸਾਨੂੰ ਹੁਕਮ ਦੇਵੋ ਮਹਾਰਾਜ, ਜਿੱਥੇ ਦੁਸ਼ਟ ਚੰਦੂ ਦਾ ਘਰ ਹੈ ਉਹਨਾਂ ਹਿੱਸਾ, ਉਹਨਾਂ ਧਰਤੀ ਦਾ ਖੰਡ ਚੁੱਕ ਕਰਕੇ ਉਹਦਾ ਨਾਮੋ ਨਿਸ਼ਾਨ ਮਿਟਾ ਦਈਏ, ਦੁਸ਼ਟ ਨੂੰ ਸਜ਼ਾ ਦਈਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸਿੱਧ ਪੁਰਸ਼ਾਂ ਦੀਆਂ ਪ੍ਰੇਮ ਭਾਵ ਦੇ ਵਿੱਚ ਭਿੱਜੀਆਂ ਹੋਈਆਂ ਪਿਆਰ ਵਾਲੀਆਂ ਗੱਲਾਂ ਬਾਤਾਂ ਵਿਚਾਰਾਂ ਸੁਣ ਕੇ ਅੱਗੋਂ ਉਤਰ ਦਿੱਤਾ ਹੈ। ਅਖੀਰ ਫਿਰ ਜਿਵੇਂ ਦੁਸ਼ਟਾਂ ਦੇ ਵੱਲੋਂ ਤੱਤੀ ਲੋਹ ਤਿਆਰ ਕੀਤੀ ਗਈ ਹੈ, ਗਰਮ ਲੋਹ ਦੇ ਉੱਪਰ ਸਤਿਗੁਰੂ ਪਾਤਸ਼ਾਹ ਨੂੰ ਬਿਠਾਇਆ ਗਿਆ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਜਰ ਨੂੰ ਜਰਨ ਵਾਲੀ ਹੋਰ ਹੱਦ ਪਾਰ ਕੀਤੀ ਹੈ। ਸੋ ਉਹ ਪ੍ਰਸੰਗ ਤੱਤੀ ਤਵੀ 'ਤੇ ਚੌਂਕੜਾ ਲਾ ਕੇ ਸਹਿਬ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਅਡੋਲ ਚਿੱਤ ਬੈਠੇ ਹਨ। ਕਿਸੇ ਤਰ੍ਹਾਂ ਦੀ ਕੋਈ ਪੀੜਾ, ਕੋਈ ਦੁੱਖ ਮਹਿਸੂਸ ਨਹੀਂ ਕੀਤਾ। ਆਤਮਿਕ ਮੰਡਲਾਂ ਦਾ ਵਾਸੀ ਸਤਿਗੁਰੂ ਸਰੀਰ ਕਰਕੇ ਭਾਵੇਂ ਇਸ ਸੰਸਾਰ ਵਿੱਚ ਵਿਚਰਦਾ ਹੈ, ਪਰ ਸੁਰਤ ਕਰਕੇ ਆਤਮਾ ਕਰਕੇ ਨਿਰੰਕਾਰ ਦੇ ਦੇਸ਼ ਦਾ ਵਾਸੀ ਹੋਇਆ ਕਰਦਾ ਹੈ। ਐਸੇ ਸਤਿਗੁਰੂ ਪਾਤਸ਼ਾਹ ਜੀ ਸਿੱਧ ਪੁਰਸ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵਾਪਸ ਮੋੜਿਆ। ਦੁਸ਼ਟ ਚੰਦੂ ਦੇ ਵੱਲੋਂ ਜਿਵੇਂ ਲੋਹ ਗਰਮ ਕਰਕੇ ਤੱਤੀ ਤਵੀ ਦੇ ਉੱਪਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਿਠਾਏ ਗਏ, ਜਿਵੇਂ ਦੁਸ਼ਟਾਂ ਦੇ ਵੱਲੋਂ ਇਹ ਜ਼ੁਲਮ ਕਮਾਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਤਸੀਹੇ ਦੇਣ ਦੇ ਇਹ ਭਾਰੀ ਕੋਝੇ ਯਤਨ ਕੀਤੇ ਹਨ। ਉਸ ਸਮੇਂ ਨੂੰ ਕਵੀ ਰਾਜ ਮਹਾਂਕਵੀ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਤਿਹਾਸ ਦੇ ਪੰਨਿਆਂ ਵਿੱਚ ਜਿਵੇਂ ਵਰਣਨ ਕਰ ਰਹੇ ਨੇ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਹਾ ਅਵਗਿਆ ਕੋ ਫਲ ਪਾਵੈ, ਪੁਨ ਜਗ ਮਹਿ ਨਹਿ ਸੰਤ ਦੁਖਾਵੈ। ਗੋਰਖਨਾਥ ਸਿੱਧ ਨੇ ਆਖਿਆ, ਮਹਾਰਾਜ ਜੋ ਇਹ ਦੁਸ਼ਟ ਲੋਕ ਆਪ ਜੀ ਦੀ ਮਹਾ ਅਵਗਿਆ ਪਏ ਕਰਦੇ। ਅਵਗਿਆ ਹੁੰਦੀ ਹੈ ਨਿਰਾਦਰੀ, ਬੇਅਦਬੀ। ਆਪ ਜੀ ਦੀ ਬੇਅਦਬੀ ਕਰਦੇ ਨੇ, ਇਸ ਬੇਅਦਬੀ ਦਾ ਵੱਡਾ ਫਲ ਪਾਉਣ। ਫਿਰ ਜੱਗ ਸੰਸਾਰ ਦੇ ਅੰਦਰ ਕੋਈ ਦੁਸ਼ਟ ਆਤਮਾ
ਕਿਸੇ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਨੂੰ ਦੁਖਾਵੇ ਨਾ, ਦੁਖੀ ਨਾ ਕਰੇ। ਨਾਹੇ ਤਾਂ ਦੁਸ਼ਟ ਹੰਕਾਰੀ ਹੋਏ, ਦੇਹ ਕਸ਼ਟ ਸੰਤਨ ਸਭ ਕੋਈ। ਨਹੀਂ ਤਾਂ ਮਹਾਰਾਜ ਇਹਨਾਂ ਦੁਸ਼ਟਾਂ ਦਾ ਹੌਸਲਾ ਵਧੇਗਾ ਤੇ ਦੁਸ਼ਟ ਲੋਕ ਸਗੋਂ ਹੋਰ ਹੰਕਾਰੀ ਹੋ ਕਰਕੇ ਹੰਕਾਰ ਵਿੱਚ ਹੋਣਗੇ ਤੇ ਇਸ ਤਰ੍ਹਾਂ ਸਾਧੂ ਮਹਾਤਮਾ ਨੂੰ ਹੋਰ ਜ਼ਿਆਦਾ ਕਸ਼ਟ ਦੇਣਗੇ। ਸ੍ਰੀ ਸਤਿਗੁਰ ਸੁਨ ਕਰ ਕਹਿ ਬੈਨ, ਮਨ ਸੰਤਨ ਕੇ ਤਰਾਸ ਰਹਿ ਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਣ ਕਰਕੇ ਸਿੱਧ ਨਾਥ ਗੋਰਖਨਾਥ ਦੇ ਬੋਲਾਂ ਨੂੰ ਬਚਨ ਕਹਿਣ ਲੱਗੇ, ਜੋਗੀ ਜਿਹੜੇ ਰੱਬ ਦੇ ਪਿਆਰੇ ਸੰਤ ਹਨ ਉਹਨਾਂ ਸੰਤਾਂ ਦੇ ਮਨ 'ਚ ਤਰਾਸ ਰਹੇ ਨਾ, ਕਿਸੇ ਤਰ੍ਹਾਂ ਦਾ ਡਰ ਪਾਉ ਰਹੇਗਾ ਹੀ ਨਹੀਂ। ਹਮਨੇ ਕਰਨੋ ਹੈ ਅਸਖੇਲੇ, ਆਏ ਅਪਰ ਕੋ ਬਿਗਨ ਨਾ ਮੇਲੇ। ਅਸੀਂ ਇਹੋ ਜਿਹੇ ਖੇਲ ਕਰਨੇ ਕੌਤਕ ਰਚਾਉਣੇ ਹਨ ਕਿ ਹੁਣ ਸੰਤਾਂ ਨੂੰ ਆ ਕਰਕੇ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਮਿਲੇ। ਵਿਘਨ ਨਹੀਂ ਮਿਲੇਗਾ ਭਾਵ ਉਹਨਾਂ ਨੂੰ ਵਿਘਨ ਨਹੀਂ ਪਾਵੇਗਾ। ਅੱਗੇ ਆਉਣ ਵਾਲਾ ਸਮਾਂ ਇਹੋ ਜਿਹਾ ਹੋਵੇਗਾ ਕਿ ਮਾਲਾ ਦੇ ਨਾਲ ਨਾਲ ਜਪ ਤਪ ਸਿਮਰਨ ਦੇ ਨਾਲ ਨਾਲ ਗੁਰੂ ਕਾ ਇਹ ਸਿੱਖ ਸ਼ਸਤਰ ਧਾਰੀ ਹੋਣਗੇ ਤੇ ਜਿਹੜਾ ਜ਼ਾਲਮ ਅੱਗੇ ਵਧੇਗਾ, ਜ਼ੁਲਮ ਕਮਾਉਣ ਦਾ ਯਤਨ ਕਰੇਗਾ, ਉਹਦਾ ਸਿਰ ਲਾ ਕੇ ਧੜ ਤੋਂ ਵੱਖ ਕਰ ਦਿੱਤਾ ਜਾਏਗਾ। ਉਹਨਾਂ ਜ਼ਾਲਮਾਂ ਨੂੰ ਸਬਕ ਸਿਖਾਇਆ ਜਾਏਗਾ। ਇਹ ਇਸ਼ਾਰਾ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਆਉਣ ਵਾਲੇ ਭਵਿੱਖਤ ਸਮੇਂ ਵੱਲ, ਜੋ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਮਾਂ ਹੈ। ਸੋ ਸਾਹਿਬ ਕਹਿਣ ਲੱਗੇ, ਆਏ ਅਪਰ ਕੋ ਵਿਘਨ ਨਾ ਮੇਲੇ। ਹੁਣ ਅੱਗੇ ਆ ਕੇ ਕੋਈ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਏਗਾ। ਹੋਨਹਾਰ ਪਰ ਨਿਸ਼ਚਾ ਕਰਨੋ, ਇਹ ਸੰਤਨ ਕੋ ਮਤ ਬਰ ਬਰਨੋ। ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੋਣਹਾਰ ਮਿਥੀ ਉਹਦੇ ਤੇ ਭਰੋਸਾ ਕਰਨਾ, ਇਹ ਸੰਤਾਂ ਦਾ ਮਤ ਵਰਣਨ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਕਿਸੇ ਹੋਣਹਾਰ ਦੇ ਮੁਥਾਜ ਨਹੀਂ ਹਨ। ਗੁਰੂ ਵਾਸਤੇ ਹੋਣੀ ਹੋਣਹਾਰ ਕੋਈ ਕਿਸੇ ਤਰ੍ਹਾਂ ਦਾ ਆਪਣਾ ਪ੍ਰਭਾਵ ਨਹੀਂ ਰੱਖ ਸਕਦੀ। ਗੁਰੂ ਤਰਲੋਕੀ ਦਾ ਮਾਲਕ ਹੈ, ਪਰ ਫਿਰ ਵੀ ਜੋ ਕੁਦਰਤ ਦਾ ਨਿਯਮ ਹੈ ਉਸ ਨਿਯਮ ਬਾਰੇ ਸਾਹਿਬਾਂ ਨੇ ਬਚਨ ਕਿਹਾ ਕਿ ਜੋ ਪਰਮਾਤਮਾ ਵੱਲੋਂ ਹੋਣਹਾਰ ਮਿਥੀ ਹੁੰਦੀ ਹੈ ਤੇ ਉਹਦੇ ਉੱਪਰ ਨਿਸ਼ਚਾ ਰੱਖਣਾ, ਇਹ ਸਾਧੂ ਮਹਾਤਮਾ ਦਾ ਮਤ ਵਰਣਨ ਕੀਤਾ ਹੈ। ਇਹ ਬਾਤ ਅਬ ਦੇ ਕਰ ਜਾਵੋ, ਤਨ ਹੰਤਾ ਧਰ ਨਹੀਂ ਡੁਲਾਵੋ। ਜੇਕਰ ਤੁਸੀਂ ਆਏ ਹੀ ਹੋ ਤੇ ਫਿਰ ਇਹ ਗੱਲ ਦੇ ਕੇ ਬਚਨ ਦੇ ਕੇ ਜਾਓ। ਤੁਸੀਂ ਵੀ ਪਰਮਾਤਮਾ ਦੇ ਅੱਗੇ ਇਹੀ ਬੇਨਤੀ ਕਰੋ ਕਿ ਸਾਡੇ ਮਨ 'ਚ ਕਿਤੇ ਹੰਤਾ ਨਾ ਆਵੇ। ਗੁਰੂ ਤਾਂ ਸਗੋਂ ਹੰਤਾ ਮਿਟਣ ਵਾਲਾ ਹੈ, ਪਰ ਸਾਹਿਬਾਂ ਨੇ ਸਗੋਂ ਉਹਨਾਂ ਨੂੰ ਸਿੱਖਿਆ ਦੇਣੀ ਸੀ ਕਿ ਭਾਈ ਇਹੋ ਜਿਹਾ ਆਹੂ ਭਾਵ ਧਾਰਨ ਕਰਕੇ ਪਰਮਾਤਮਾ ਤੋਂ ਬੰਦਾ ਦੂਰ ਹੀ ਹੁੰਦਾ ਹੈ। ਇਸ ਵਾਸਤੇ ਤੁਸੀਂ ਇਹ ਬਚਨ ਦੇ ਕੇ ਜਾਓ, ਇਹ ਗੱਲ ਕਹੋ ਕਿ ਅਸੀਂ ਤਨ ਦੀ ਹੰਤਾ ਹੰਗਤਾ ਮਮਤਾ ਮੇਰ ਤੇਰ ਧਾਰਨ ਕਰਕੇ ਨਹੀਂ ਡਲਾਵੋਂ, ਡੋਲਣਾ ਨਾ ਕਰੀਏ। ਡੋਲਣ ਵਾਲੇ ਤਾਂ ਸਾਹਿਬ ਹੈ ਨਹੀਂ ਹਨ, ਪਰ ਸਿੱਧਾਂ ਨੂੰ ਮੱਤ ਦੇ ਰਹੇ ਨੇ ਕਿ ਤੁਹਾਡੇ ਉੱਪਰ ਵੀ ਕਿਤੇ ਇਹੋ ਜਿਹਾ ਸਮਾਂ ਆ ਜਾਏ ਤੇ ਤੁਸੀਂ ਵੀ ਪ੍ਰਮਾਤਮਾ ਦੇ ਅੱਗੇ ਗਿਲੇ ਗੁਜ਼ਾਰੀਆਂ ਨਹੀਂ ਕਰਨੀਆਂ, ਸ਼ਿਕਵੇ ਨਹੀਂ ਕਰਨੇ, ਤਾਨੇ ਮਿਹਨੇ ਨਹੀਂ ਦੇਣੇ, ਸਗੋਂ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿ ਕਰਕੇ ਡੋਲਣਾ ਨਹੀਂ, ਘਬਰਾਉਣਾ ਨਹੀਂ। ਸੁਨ ਕਰ ਧਨ ਧਨ ਕਹਿ ਗਏ, ਗੁਰੂ ਰੁਖ ਦੇਖ ਨਾ ਸਿੱਧ ਪ੍ਰਗਟਾਏ। ਸੁਣ ਕਰਕੇ ਸਿੱਧ ਲੋਕ ਨਾਥ ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਸਤਿਗੁਰੂ ਕਹਿੰਦੇ ਹੋਏ ਚਲੇ ਗਏ। ਗੁਰੂ ਸਾਹਿਬ ਦਾ ਰੁਖ ਦੇਖ ਕੇ ਸੁਭਾਅ ਤੱਕ ਕੇ ਸਿੱਧ ਜਿਹੜੇ ਸਨੇ ਪ੍ਰਗਟ ਨਾ ਹੋਏ, ਕਿਉਂਕਿ ਸਿੱਧ ਜਿਹੜੇ ਹਨ ਇਹਨਾਂ ਦੀ ਪਰਿਭਾਸ਼ਾ ਬਾਣੀ 'ਚ ਇਹੀ ਦੱਸੀ ਹੈ ਕਿ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਇਹ ਸਿੱਧਾਂ ਦੇ ਕੋਲ ਕਰਾਮਾਤਾਂ ਸਨ, ਗੁਪਤ ਹੋ ਜਾਂਦੇ ਸਨ, ਪ੍ਰਗਟ ਹੋ ਜਾਂਦੇ ਸਨ, ਜਿਸ ਨੂੰ ਜੋ ਚਾਹੁਣ ਉਹ ਕਰ ਸਕਦੇ ਸਨ। ਭਾਈ ਗੁਰਦਾਸ ਸਾਹਿਬ ਨੇ ਸਿੱਧਾਂ ਦੀਆਂ ਸ਼ਕਤੀਆਂ ਦਾ ਬੜਾ ਵਰਣਨ ਕੀਤਾ ਹੈ।
ਸੋ ਇਹ ਸਿੱਧ ਜਿਹੜੇ ਨਾਏ ਸਾਖਸ਼ਾਤ ਰੂਪ ਚ ਪ੍ਰਗਟ ਨਹੀਂ ਹੋਏ, ਸਗੋਂ ਗੁਪਤ ਰੂਪ ਵਿੱਚ ਹੀ ਸਿੱਧਾਂ ਨੇ ਸਾਹਿਬਾਂ ਨਾਲ ਬਚਨ ਬਿਲਾਸ ਕੀਤੇ। ਛਿਨ ਮਹਿ ਕੁਛ ਤੇ ਕੁਛ ਕਰ ਦੇਵੈ, ਹੀਰਤ ਜਿਨ ਕੋ ਨਰ ਗਨ ਸੇਵੈ। ਜਿਹੜੇ ਸਿੱਧ ਛਿਨ ਵਿੱਚ ਕੁਛ ਤੋਂ ਕੁਛ ਕਰ ਦੇਣ, ਜਿਨ੍ਹਾਂ ਨੂੰ ਵੇਖ ਕਰਕੇ ਲੋਕ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰਦੇ ਹਨ। ਅਵਸਰ ਪਾਏ ਪੀਰ ਪੁਨ ਆਏ, ਕਰਾਮਾਤ ਕਾਮਲ ਸਮਦਾਏ। ਜਦੋਂ ਸਿੱਧ ਚਲੇ ਗਏ ਫਿਰ ਪੀਰ ਔਲੀਏ ਆ ਪਹੁੰਚੇ ਸਾਹਿਬਾਂ ਕੋਲ। ਅਵਸਰ ਮੌਕਾ ਪਾ ਕੇ ਆ ਪਹੁੰਚੇ ਪੀਰ ਸਤਿਆਵਾਨ ਜਿਹੜੇ ਮੁਸਲਮਾਨਾਂ ਦੇ ਸਨ। ਉਹ ਕਰਾਮਾਤ 'ਚ ਕਾਮਲ ਸਨ, ਪੂਰਨ ਸਨ ਸਮੁਦਾਇ ਸਾਰੇ। ਉਹ ਫਿਰ ਸਾਹਿਬਾਂ ਦੇ ਹਜ਼ੂਰ ਆ ਗਏ। ਇਹ ਜਿਹੜੀਆਂ ਰੂਹਾਂ ਆਤਮਾ ਆ ਰਹੀਆਂ ਨੇ, ਇਹ ਸ਼ਕਤੀਆਂ ਰੱਖਦੀਆਂ। ਕੋਈ ਆਤਮ ਗਿਆਨੀ ਹੈ, ਆਤਮ ਸਤਿਆ ਵਾਲਾ, ਕੋਈ ਸਿੱਧ ਪੁਰਸ਼ ਹੈ, ਜਿੰਨੀ ਕਿਸੇ ਕੋਲ ਸਮਰੱਥਾ ਹੈ, ਉਹ ਚਾਹੁੰਦਾ ਕਿ ਮੈਂ ਸਾਹਿਬਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਹੁਣ ਉਹ ਕਾਮਲ ਪੁਰਖ ਜਿਹੜੇ ਪੀਰ ਹਨ, ਕਰਾਮਾਤ 'ਚ ਪੂਰਨ ਨੇ, ਉਹ ਆ ਪਹੁੰਚੇ। ਨਮੋ ਕਰੇ ਹੋਏ ਖਰੇ ਅਗਾਰੀ, ਕਿਉਂ ਤੁਮ ਸਹੋ ਕਸ਼ਟ ਤਨ ਭਾਰੀ। ਇਹਨਾਂ ਪੀਰਾਂ ਨੇ ਸਾਹਿਬਾਂ ਦੇ ਅੱਗੇ ਖਲੋ ਕੇ ਨਮਸਕਾਰ ਕੀਤੀ। ਮਹਾਰਾਜ ਐਸੇ ਭਾਰੀ ਕਸ਼ਟ ਤੁਸੀਂ ਸਰੀਰ ਤੇ ਕਿਉਂ ਸਹਿੰਦੇ ਜੇ। ਅਤੇ ਦੁਸ਼ਟ ਕੋ ਬਿਲਮ ਨ ਲਾਵੈ, ਆਗਿਆ ਤਨਕ ਆਪ ਕੀ ਪਾਵੈ। ਅਸੀਂ ਇਸ ਦੁਸ਼ਟ ਨੂੰ ਹੱਥੇ ਮਾਰ ਦਈਏ, ਡੇਰੀ ਨਾ ਲਾਉਣਾ ਕਰੀਏ। ਆਪ ਜੀ ਦੀ ਆਗਿਆ ਤਨਕ ਥੋੜੀ ਮਾਤਰ ਪਾ ਕਰਕੇ ਤੁਹਾਡਾ ਹੁਕਮ ਇਸ਼ਾਰਾ ਹੋਵੇ ਸਹੀ, ਇੱਕ ਛਿਨ ਵਿੱਚ ਇਹਨਾਂ ਦੁਸ਼ਟਾਂ ਦਾ ਖਾਤਮਾ ਕਰ ਦਈਏ। ਸਭ ਕੋ ਸਾਦਰ ਬਾਕ ਉਚਾਰੇ, ਕਿਉਂ ਤੁਮ ਨਾਨਾ ਦ੍ਰਿਸ਼ਟ ਨਿਹਾਰੇ। ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਸਾਦਰ ਬਚਨ ਕਹਿ ਕੇ, ਸਤਕਾਰ ਦੇ ਬਚਨ ਕਹਿ ਕਰਕੇ ਸਤਕਾਰਿਆ, ਅਦਬ ਦਿੱਤਾ। ਕਹਿਣ ਲੱਗੇ ਪੀਰ ਸਾਈਂ ਲੋਕੋ, ਤੁਸੀਂ ਕਿਉਂ ਨਾਨਾ ਪ੍ਰਕਾਰ ਦੀ ਦ੍ਰਿਸ਼ਟੀ ਨਾਲ ਤੱਕਦੇ ਹੋ। ਇਹ ਨਾਨੇ ਪਰੇ ਦੀ ਨਜ਼ਰ ਦੇ ਨਾਲ ਤੁਸੀਂ ਵੇਖਦੇ ਹੋ, ਇੱਕ ਨੂੰ ਤੱਕਣਾ ਕਰੋ। ਏਕ ਆਤਮਾ ਪੂਰਨ ਸਾਚੋ, ਜਗਤ ਆਕਾਰ ਜਾਨ ਸਭ ਕਾਚੋ। ਇੱਕੋ ਹੀ ਆਤਮਾ ਸਾਰਿਆਂ 'ਚ ਪਰਿਪੂਰਨ ਹੈ। ਜਿਹੜੇ ਜਗਤ ਸੰਸਾਰ ਦੇ ਆਕਾਰ, ਇਹ ਸ਼ਕਲਾਂ ਢਾਂਚੇ ਹਨ, ਇਹ ਜਾਣ ਲਓ ਸਾਰੇ ਕਾਚੋ ਕੱਚੇ ਹਨ, ਨਾਸ਼ਵੰਤ ਹਨ। ਹਮਰੇ ਤਨ ਤਿਆਗਿਆਨ ਮਹਿ ਐਸੇ, ਕਾਰਨ ਅਨਿਕ ਜਾਨੀਐ ਤੈਸੇ। ਤੇ ਸਾਡੇ ਸਰੀਰ ਛੱਡਣ ਤਿਆਗਣ ਵਿੱਚ ਜਾਣ ਲਓ ਕਿ ਅਨੇਕਾਂ ਹੀ ਕਾਰਨ ਹਨ, ਕੋਈ ਇੱਕ ਕਾਰਨ। ਇੱਥੇ ਸਹਿਬਾਬ ਦੱਸ ਦਿੱਤਾ ਕਿ ਚੰਦੂ ਦੀ ਲੜਕੀ ਦਾ ਕੇਵਲ ਕੋਈ ਝਗੜਾ ਬਹੁਤਾ ਨਹੀਂ ਸੀ, ਬੜੇ ਕਾਰਨ ਸਨ, ਅਨੇਕਾਂ ਕਾਰਨ ਸਨ। ਧਰਮ ਦੀ ਪ੍ਰਫੁੱਲਤਾ ਦੇ ਕਾਰਜ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਦਾ, ਲਿਖਾਈ ਦਾ ਵੱਡਾ ਕਾਰਜ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ, ਜਿਸ ਤੋਂ ਨਕਸ਼ਬੰਦੀਆਂ ਨੂੰ, ਸਖੀ ਸਰਵਰੀਆਂ ਨੂੰ ਬੜਾ ਖਤਰਾ ਪੈਦਾ ਹੋ ਗਿਆ ਸੀ ਕਿ ਗੁਰੂ ਅਰਜਨ ਦੇਵ ਇਸਲਾਮ ਵਾਸਤੇ ਖਤਰਾ ਹੈ। ਧੜਾ ਧੜ ਲੋਕ ਉਹਨਾਂ ਦੇ ਪਾਸ ਜਾ ਕੇ ਸਿੱਖ ਧਰਮ ਧਾਰਨ ਕਰਦੇ ਪਏ ਨੇ। ਇਹ ਬੜੇ ਕਾਰਨ ਸਨ। ਸਾਹਿਬ ਕਹਿਣ ਲੱਗੇ ਸਾਡਾ ਸਮਾਂ ਜਿਹੜਾ ਨਾ, ਉਹ ਸਮਝ ਲਓ ਕਿ ਨੇੜੇ ਆ ਪਹੁੰਚਾ ਹੈ। ਸਮਾਂ ਸੋ ਪਹੁੰਚਿਓ ਲਖ ਚਿਤ ਰਾਚੇ, ਕਰਿਓ ਚਾਹੇ ਹਮ ਸਭ ਕੋ ਸਾਚੇ। ਸਮਾਂ ਆ ਪਹੁੰਚਾ ਹੈ, ਉਹ ਸਭ ਕੁਝ ਜਾਣ ਕੇ ਅਸੀਂ ਆਪਣੇ ਚਿੱਤ ਵਿੱਚ ਮਾਲਕ ਨਾਲ ਰਚੇ ਮਿਲੇ ਹਾਂ। ਉਹ ਸਾਰੇ ਕਾਰਨ ਜੋ ਬਣ ਰਹੇ ਨੇ, ਉਹ ਸੱਚੇ ਕਰਨਾ ਚਾਹੁੰਦੇ ਹਾਂ। ਆਪ ਆਪਣੇ ਥਾਨ ਸਧਾਵੋ, ਹਮਰੀ ਖੇਲ ਬੀਚ ਨਹਿ ਆਵੋ। ਤੁਸੀਂ ਆਪਣੇ ਥਾਵਾਂ ਤੇ ਵਾਪਸ ਚਲੇ ਜਾਓ, ਸਾਡੇ ਖੇਲ ਕੌਤਕ ਵਿੱਚ ਤੁਸੀਂ ਨਾ ਆਵੋ। ਸੁਨਤ ਧਨ ਕਹਿ ਕਰ ਸਭ ਗਏ, ਸਾਵਧਾਨ ਚਾਕਰ ਸਭ ਭਏ। ਸੁਣ ਕੇ ਸਾਰੇ ਪੀਰ ਧੰਨ ਧੰਨ ਕਹਿੰਦੇ ਹੋਏ ਚਲੇ ਗਏ, ਤੇ ਸਾਰੇ ਚਾਕਰ ਨੌਕਰ ਜਿਹੜੇ ਚੰਦੂ ਦੇ ਸਨ ਸਾਵਧਾਨ ਹੋ ਗਏ। ਕਹੈ ਪਰਸ ਪਰ ਸੁਪਤੇ ਸਾਰੇ, ਚਲੇ ਜਾਤ ਲਖ ਚੰਦੂ ਮਾਰੇ। ਸਿਪਾਹੀ ਅੱਬੜ ਵਾਹੇ ਉੱਠੇ, ਕਹਿਣ ਲੱਗੇ ਅਸੀਂ ਤਾਂ ਸਾਰੇ ਸੌਂ ਗਏ ਸਾਂ, ਸਾਡੀ ਤਾਂ ਅੱਖ ਲੱਗ ਗਈ ਸੀ, ਤੇ ਕਿਤੇ ਸਾਡੇ ਸੁੱਤਿਆਂ ਗੁਰੂ ਅਰਜਨ ਦੇਵ ਇੱਥੋਂ ਚਲੇ ਜਾਂਦੇ ਤੇ ਚੰਦੂ ਇਹ ਲੱਖ ਕੇ ਜਾਣ ਕੇ ਸਾਨੂੰ ਮਾਰ ਦਿੰਦਾ, ਸਜ਼ਾ ਦਿੰਦਾ। ਗਹਿ ਅਸ ਢਾਲ ਭਏ ਸਵਦਾਨੂ, ਇੱਕ ਆਸਨ ਗੁਰ ਥਿਰੇ ਸਦਾਨੂ। ਇਸ ਤਰ੍ਹਾਂ ਢਾਲਾਂ ਕਿਰਪਾਨਾਂ ਫੜ ਕੇ ਸਾਵਧਾਨ ਹੋ ਗਏ। ਗੁਰੂ ਅਰਜਨ ਦੇ ਪਾਤਸ਼ਾਹ ਇੱਕ ਸਥਾਨ ਤੇ ਟਿਕੇ ਹਨ। ਸਕਲ ਜਾਮਨੇ ਗਏ ਬਿਹਾਏ, ਦਿਵਸ ਚੜੇ ਉਠ ਪਾਪੇ ਆਏ। ਉਹ ਰਾਤ ਸਾਰੀ ਲੰਘ ਗਈ, ਦਿਨ ਚੜ ਗਿਆ
ਸੋਚਿਆ ਦੁਸ਼ਟ ਚੰਦੂ ਪਾਪੀ ਫੇਰ ਆ ਗਿਆ। ਹਿਰਦੇ ਬਚਾਰੈ ਬੜ ਹਠਵੰਤਾ ਇਤੇ ਕਸ਼ਟ ਤੇ ਨਹੀਂ ਬੁਲੰਤਾ। ਮਨ ਚ ਸੋਚਦਾ ਕਿ ਗੁਰੂ ਬੜਾ ਹੱਠ ਵਾਲਾ, ਇੰਨੇ ਕਸ਼ਟ ਦਿੱਤੇ ਪਰ ਫਿਰ ਵੀ ਬੋਲੇ ਨਹੀਂ। ਭੈ ਕਰ ਨਾਤਾ ਨਾਹਿਨ ਮਾਨੈ ਬਿਨਾ ਤਰਾਸ ਤੇ ਬਾਕ ਬਖਾਨੈ। ਤੇ ਭੈ ਡਰ ਕਰਕੇ ਮੇਰਾ ਨਾਤਾ ਰਿਸ਼ਤਾ ਜੇ ਵੀ ਨਹੀਂ ਮੰਨਦੇ ਤੇ ਬਿਨਾਂ ਡਰ ਤੋਂ ਭੈ ਤੋਂ ਅਜੇ ਵੀ ਬਚਨ ਕਹਿੰਦੇ ਹਨ। ਬਾਰ ਬਾਰ ਬਾਰੀ ਬਹੁ ਬਾਰੂ ਅਤ ਤਪਤਾਏ ਥਰਿਓ ਮਝਾਰੂ। ਵਾਰ ਵਾਰ ਅੱਗ ਬਾਲ ਕੇ ਪਾਣੀ ਦੀ ਦੇਗ ਗਰਮ ਕੀਤੀ, ਫਿਰ ਰੇਤਾ ਗਰਮ ਕੀਤੀ, ਉਹਦੇ ਵਿੱਚ ਇਹਨਾਂ ਨੂੰ ਬਿਠਾਇਆ ਗਿਆ, ਬੜਾ ਤਪਾਇਆ, ਇਹਨਾਂ ਦੇ ਸਰੀਰ ਨੂੰ ਕਸ਼ਟ ਦਿੱਤਾ। ਪ੍ਰਾਨ ਜਾਨ ਲਗ ਹੱਠ ਪਹੁੰਚਾਵੈ ਨਹਿ ਤਿਆਗਿਓ ਮੈਂ ਜਿਉਤ ਜੇ ਆਵੈ। ਇਹ ਜਾਪਦਾ ਕਿ ਪ੍ਰਾਨ ਜਾਨ ਤੱਕ ਆਪਣਾ ਹੱਠ ਨਹੀਂ ਛੱਡਣਗੇ ਤੇ ਮੈਂ ਵੀ ਹੱਠੀਆਂ, ਮੈਂ ਵੀ ਇਹਨਾਂ ਨੂੰ ਜਿਉਂਦੇ ਨਹੀਂ ਜਾਣ ਦਵਾਂਗਾ, ਨਹੀਂ ਛੱਡਾਂਗਾ। ਆਜ ਤਪਤ ਕਰ ਲੋ ਬਿਸਾਲਾ ਖਰੇ ਕਰੋ ਬੋਲੇ ਤਿਸ ਕਾਲਾ। ਤੇ ਅੱਜ ਮੈਂ ਗਰਮ ਲੋਹ ਕਰਕੇ ਤਪਦੀ ਲੋਹ ਤੇ ਇਹਨਾਂ ਨੂੰ ਖਿਲਾਰਾਂਗਾ, ਬਿਠਾਵਾਂਗਾ ਤੇ ਉਸ ਸਮੇਂ ਫਿਰ ਜਦੋਂ ਸੇਕ ਲੱਗੋ ਨੇ ਫੇਰ ਇਹ ਬੋਲਣਾ ਕਰਨਗੇ। ਹਿਮ ਪਾਪੀ ਨੇ ਹਿਰਦੇ ਵਿਚਾਰਾ ਨਾਤਾ ਦਿਓ ਕੇ ਕਰੋ ਸੰਘਾਰਾ। ਇਸ ਤਰ੍ਹਾਂ ਚੰਦੂ ਪਾਪੀ ਨੇ ਮਨ ਚ ਵਿਚਾਰਿਆ, ਜਾਂ ਤਾਂ ਇਹਨਾਂ ਨੂੰ ਆਪਣੀ ਬੱਚੀ ਦਾ, ਇਹਨਾਂ ਦੇ ਸਾਹਿਬਜ਼ਾਦਾ ਨੂੰ ਰਿਸ਼ਤਾ ਦਵਾਂਗਾ, ਜਾਂ ਫਿਰ ਇਹਨਾਂ ਦਾ ਸੰਘਾਰ ਕਰ ਦਵਾਂਗਾ, ਖਤਮ ਕਰ ਦਵਾਂਗਾ। ਕਹਿ ਕਰ ਦੀਰਘ ਲੋ ਮੰਗਾਈ ਧਰ ਉੱਪਰ ਤਰ ਅਗਨ ਜਲਾਈ। ਇਸ ਤਰ੍ਹਾਂ ਕਹਿ ਕੇ ਦੁਸ਼ਟ ਚੰਦੂ ਪਾਪੀ ਨੇ ਵੱਡੀ ਸਾਰੀ ਲੋਹ ਮੰਗਵਾ ਲਈ ਤੇ ਉਹ ਲੋਹ ਜਿਹੜੀ ਸੀ ਧਰ ਕੇ ਵੱਡੇ ਸਾਰੇ ਚੁੱਲ੍ਹੇ ਦੇ ਉੱਪਰ ਥੱਲੇ ਅਗਨੀ ਬਾਲ ਦਿੱਤੀ, ਅੱਗ ਬਾਲੀ। ਸਮ ਤਾਂਬੇ ਕੇ ਤਪਤ ਕਰਾਈ ਦੇਖ ਪਾਤ ਕੀ ਲਿਏ ਬੁਲਾਈ। ਸੋ ਭਾਈ ਸਾਹਿਬ ਕਹਿੰਦੇ ਉਹ ਵੱਡੀ ਸਾਰੀ ਚੁਰ ਪੁੱਟ ਕੇ ਲੋਹ ਉੱਪਰ ਰੱਖ ਕੇ ਤੇ ਇਸ ਤਰ੍ਹਾਂ ਤਪਾ ਦਿੱਤੀ ਜਿਵੇਂ ਤਾਂਬੇ ਦਾ ਰੰਗ ਹੁੰਦਾ ਹੈ। ਸੋ ਤਾਂਬੇ ਦੀ ਤਰ੍ਹਾਂ ਉਹ ਲੋਹ ਜਿਹੜੀ ਸੀ ਐ ਲਾਲ ਕਰ ਦਿੱਤੀ। ਵੇਖ ਕਰਕੇ ਪਾਪੀ ਨੇ ਗੁਰੂ ਸਾਹਿਬ ਜੀ ਨੂੰ ਸੱਦ ਲਿਆ। ਇਸ ਪਰ ਖਰੇ ਹੋ ਤਪ ਸਹੋ ਨਾਹੇ ਤਾਂ ਨਾਤਾ ਲੈ ਬੈ ਚਹੋ। ਕਹਿ ਲੱਗੇ ਸਲੋਹ ਦੇ ਉੱਪਰ ਹੁਣ ਤੁਸੀਂ ਬੈਠੋ, ਇਹਦੇ ਉੱਪਰ ਚੜ ਕੇ ਬੈਠ ਜਾਓ ਤੇ ਫਿਰ ਤੁਸੀਂ ਮੰਨਣਾ ਕਰੋਗੇ। ਇਸ ਪਰ ਖਰੇ ਹੋ ਤਪ ਸਹੋ, ਇਹਦਾ ਤਪ ਜਿਹੜਾ ਸੇਕ ਝੱਲਣਾ ਕਰੋ, ਨਹੀਂ ਤਾਂ ਫਿਰ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਗੁਰੂ ਨਾ ਉੱਤਰ ਦੀਨਸ ਕੋਈ ਲੋ ਅਰੂਡਨ ਉਰ ਮਹਿ ਹੋਈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੁਸ਼ਟ ਨੂੰ ਕੋਈ ਜਵਾਬ ਨਹੀਂ ਦਿੱਤਾ, ਸਗੋਂ ਮਨ ਵਿੱਚ ਲੋਹ ਦੇ ਉੱਪਰ ਸਵਾਰ ਹੋਣ ਵਾਸਤੇ ਤਿਆਰ ਹੋਏ। ਆਦ ਚੰਡਾਲ ਜੇ ਕਿਨਹੁ ਨਿਹਾਰੇ ਸਭਿਨ ਹਾਹਾਕਾਰ ਉਚਾਰੇ। ਜਿੰਨੇ ਵੀ ਚੰਡਾਲ ਸਨ ਉੱਥੇ ਪਾਸੇ ਪਾਸੇ ਖਲੋਤੇ, ਕਹਿੰਦੇ ਉਹਨਾਂ ਵੀ ਵੇਖ ਕੇ ਤੇ ਹਾਹਾਕਾਰ ਮਚਾ ਦਿੱਤੇ। ਇਹ ਚੰਡਾਲਨ ਤੇ ਅਤ ਪਾਪੀ ਹਿਰਦੇ ਨਾ ਕਰੁਣਾ ਕੈਸਿਓ ਬਿਆਸਪੀ। ਉਹ ਚੰਡਾਲ ਵੀ ਸੋਚਣ ਲੱਗੇ, ਕਹਿੰਦੇ ਅਸੀਂ ਤਾਂ ਚਲ ਪਾਪੀ ਹੈ ਹੀ ਆ, ਇਹ ਤਾਂ ਚੰਡਾਲਾਂ ਦੇ ਨਾਲੋਂ ਵੀ ਅਤੀ ਜ਼ਿਆਦਾ ਪਾਪੀ ਹੈ। ਇਹਦੇ ਹਿਰਦੇ ਵਿੱਚ ਕਿਸੇ ਤਰ੍ਹਾਂ ਦੀ ਕਰਨਾ, ਕੋਈ ਦਇਆ, ਕੋਈ ਰਹਿਮਤ ਨਹੀਂ ਵਿਆਪਿਆ, ਕੋਈ ਤਰਸ ਨਹੀਂ ਆ ਰਿਹਾ। ਚੜੇ ਲੋ ਪਰ ਭੇ ਥਿਰ ਠਾਂਡੇ ਦੇਖ ਦੇਖ ਸਿੱਖਣ ਦੁਖ ਬਾਢੇ। ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਲੋਹ ਦੇ ਉੱਪਰ ਚੜ ਕੇ ਸਵਾਰ ਹੋ ਕਰਕੇ ਖਲੋਤੇ, ਵੇਖ ਵੇਖ ਕਰਕੇ ਜਿਹੜੇ 5 ਸਿੱਖ ਸਨ ਉਹਨਾਂ ਦੇ ਮਨਾਂ ਦੇ ਅੰਦਰ ਬੜਾ ਭਾਰੀ ਦੁੱਖ ਵਧਿਆ। ਮਨ ਨੂੰ ਬਹੁਤ ਜ਼ਿਆਦਾ ਪੀੜਾ ਤਕਲੀਫ ਹੋਈ। ਚਾਹੇ ਜਾਨ ਢਿਗ ਜਾਨ ਨਾ ਦਿੱਤੀ ਰਸ ਨੇ ਨ ਬਾਂਧੇ ਦਿੜ ਕਰ ਲੇਤੇ। ਸੋ ਗੁਰੂ ਸਾਹਿਬ ਜੀ ਦੇ ਉਹ ਕੋਲ ਜਾਣਾ ਚਾਹੁੰਦੇ ਨੇ ਪਰ ਦੁਸ਼ਟ ਜਾਣ ਨਹੀਂ ਦਿੰਦੇ, ਰੱਸਿਆਂ ਦੇ ਨਾਲ ਪੱਕੇ ਕਰਕੇ ਬੰਨੇ ਹਨ। ਅਗਨ ਵਿਪਰ ਜੈ ਸੀਲ ਕਰਿਓ ਹੈ ਡਰਤ ਗੁਰੂ ਤੇ ਤੇਜ ਹਰਿਓ ਹੈ। ਅਗਨ ਜਿਹੜੀ ਲੋਹ ਬੜੀ ਭਾਰੀ ਤਪ ਰਹੀ ਸੀ, ਭਾਈ ਸਾਹਿਬ ਕਹਿੰਦੇ ਉਸਨੇ ਗੁਰੂ ਸਾਹਿਬ ਜੀ ਦਾ ਭੈ ਮੰਨਦਿਆਂ ਕੁਛ ਆਪਣਾ ਸੁਭਾਅ ਬਦਲਿਆ, ਸੀਲ ਕਰਿਓ ਹੈ। ਸੋ ਸੀਲ ਦਾ ਆਖਰੀ ਅਰਥ ਤਾਂ ਹੁੰਦਾ ਹੈ ਠੰਡਾ, ਸੀਤਲ। ਸੋ ਪਰ ਫਿਰ ਵੀ ਭਾਈ ਸਾਹਿਬ ਕਹਿੰਦੇ ਉਹ ਲੋਹ ਜਿਹੜੀ ਸੀ ਬੜੀ ਭਾਰੀ ਤਪੀ ਹੋਈ ਸੀ। ਤਉ ਗੁਰੂ ਪਗ
ਤਰਵਾ ਜਾਰੇ ਪਾਪੀ ਬੈਠਿਓ ਸਮੁਖ ਨਿਹਾਰੇ। ਭਾਈ ਸਾਹਿਬ ਕਹਿੰਦੇ ਜਦੋਂ ਸਾਹਿਬਾਂ ਨੇ ਲੋਹ ਦੇ ਉੱਪਰ ਚਰਨ ਰੱਖੇ ਤੇ ਗਰਮ ਲੋਹ ਸੀ, ਉਸਨੇ ਥੱਲਿਓਂ ਜਿਹੜੇ ਤਲਵੇ ਸਨ ਚਰਨਾਂ ਦੀਆਂ ਤਲੀਆਂ ਉਹ ਸਾੜ ਦਿੱਤੀਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੀ ਦੁਸ਼ਟ ਚੰਦੂ ਪਾਪੀ ਬੈਠਾ ਹੋਇਆ ਜ਼ੁਲਮ ਕਮਾਉਂਦਾ ਵੇਖ ਰਿਹਾ ਹੈ। ਪੁਨ ਕਹਿ ਕਰ ਤਰ ਅਗਨ ਜਰਾਈ ਪੂਰਬ ਕੇ ਸੰਸਰ ਤਪਤਾਈ। ਫਿਰ ਕਹਿ ਕਰਕੇ ਹੋਰ ਜਾਦੀ ਅੱਗ ਲੋਹ ਦੇ ਥੱਲੇ ਬਾਲੀ ਤੇ ਅੱਗ ਲੋਹ ਜਾਦੀ ਤਪਾਈ। ਪਹਿਲਾਂ ਦੀ ਤਰ੍ਹਾਂ ਭਾਈ ਸਾਹਿਬ ਕਹਿੰਦੇ ਬਹੁਤ ਸਾਰੀ ਲੋਹ ਜਿਹੜੀ ਸੀ ਉਹ ਗਰਮ ਕਰ ਦਿੱਤੀ। ਚਿਤ ਬਾਂਛਿਤ ਹੋਏ ਦੁਖ ਤੇ ਦੀਨ ਮਨ ਹੈ ਨਾਤਾ ਡਰ ਚਿਤ ਚੀਨ। ਚਿੱਤ ਵਿੱਚ ਚੰਦੂ ਸੋਚਦਾ ਸੀ ਕਿ ਗੁਰੂ ਅਰਜਨ ਦੇਵ ਦੁੱਖ ਦੇ ਨਾਲ ਦੀਨ ਲਾਚਾਰ ਬੇਵਸ ਹੋ ਜਾਏਗਾ ਤੇ ਡਰ ਕਰਕੇ ਮਨ ਵਿੱਚ ਮੇਰਾ ਨਾਤਾ ਰਿਸ਼ਤਾ ਪ੍ਰਵਾਨ ਕਰ ਲੇਗਾ। ਤਿਸ ਦਿਨ ਸਤਿਗੁਰ ਕਛੂ ਨਾ ਬੋਲੇ ਤਪਤ ਲੋ ਪਰ ਥਿਰੇ ਅਡੋਲੇ। ਉਸ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕੁਛ ਮੁਖ ਤੋਂ ਬਚਨ ਨਹੀਂ ਬੋਲੇ, ਸਗੋਂ ਹੁਣ ਲੋਹ ਦੇ ਉੱਪਰ ਚੌਂਕੜਾ ਲਾ ਕਰਕੇ ਅਡੋਲ ਚਿੱਤ ਹੋ ਕਰਕੇ ਬੈਠ ਗਏ। ਜਰਤ ਚਰਮ ਆਪਣੋ ਦਿਖਰਾਵੈ ਅਗਨ ਤਾਪ ਤੇ ਪੀਰ ਨ ਪਾਵੈ। ਆਪਣਾ ਚਰਮ ਚੰਮ ਸੜਦਾ ਹੋਇਆ ਗੁਰੂ ਪਾਤਸ਼ਾਹ ਜੀ ਵਿਖਾਉਣ ਲੱਗੇ, ਕਿਉਂਕਿ ਜਿਹੜਾ ਅਗਨੀ ਦਾ ਤਾਪ ਹੈ, ਅਗਨੀ ਦੀ ਤਵਸ਼, ਉਹਦੇ ਨਾਲ ਮਾਸ ਸੜਦਾ ਹੈ, ਗੰਧ ਆ ਰਹੀ ਹੈ। ਪਰ ਸਾਹਿਬ ਜੀ ਵਿਖਾ ਰਹੇ ਨੇ ਪੀਰ ਨਾ ਪਾਵੇ ਕਿ ਕਿਸੇ ਤਰ੍ਹਾਂ ਦੀ ਕੋਈ ਪੀੜਾ ਕੋਈ ਦੁੱਖ ਤਕਲੀਫ ਸਤਿਗੁਰੂ ਪਾਤਸ਼ਾਹ ਨਹੀਂ ਪਾ ਰਹੇ। ਅਜ ਮਤ ਨਹਿ ਜਾਣੈ ਕਿਮ ਇਹ ਪਰੇ ਫੂਲ ਹੈ ਸਗਰੀ ਦੇਹੀ। ਗੁਰੂ ਪਾਤਸ਼ਾਹ ਨੇ ਮਨ ਜਿਹੀ ਵਿਚਾਰਿਆ ਹੈ ਕਿ ਇਹਨਾਂ ਦੁਸ਼ਟਾਂ ਨੂੰ ਕਿਤੇ ਕੋਈ ਸਾਡੀ ਕਰਾਮਾਤ ਸੱਤਿਆ ਦਾ ਪਤਾ ਨਾ ਲੱਗੇ, ਇਸ ਵਾਸਤੇ ਸਾਹਿਬਾਂ ਨੇ ਬਾਹਰੀ ਤੌਰ ਤੇ ਉਹ ਭਾਣਾ ਵਰਤਾਇਆ ਕਿ ਸਾਰੇ ਸਰੀਰ ਦੇ ਉੱਪਰ ਜਿਵੇਂ ਪਹਿਲਾਂ ਫਲੂਏ ਪਏ ਸਨ ਉਸੇ ਤਰ੍ਹਾਂ ਹੁਣ ਫੇਰ ਸਾਰੇ ਸਰੀਰ ਦੇ ਉੱਪਰ ਫਲੂਏ ਉੱਠ ਖਲੋਤੇ ਹਨ। ਬਹੁਤ ਭਾਰੀ ਛਾਲੇ ਨਜ਼ਰ ਆਉਣ ਲੱਗੇ। ਹੀਰ ਨਹੀਂ ਪ੍ਰਤੀਤ ਉਪਾਵੈ ਜਾਂ ਤੇ ਆਪਣੋ ਦੁੱਖ ਦਿਖਰਾਵੈ। ਇਹ ਦੁਸ਼ਟ ਵੇਖ ਕਰਕੇ ਕਿਤੇ ਪ੍ਰਤੀਤ ਭਰੋਸਾ ਨਾ ਕਰਨ ਕਿ ਇਹ ਕੋਈ ਕਰਾਮਾਤ ਸ਼ਕਤੀ ਵਿਖਾ ਰਹੇ ਨੇ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਹਰੀ ਤੌਰ ਤੇ ਆਪਣੇ ਸਰੀਰ ਦਾ ਦੁੱਖ ਪ੍ਰਗਟ ਕਰਕੇ ਵਿਖਾ ਰਹੇ ਨੇ, ਪਰ ਅੰਤਰਾਤਮੇ ਆਤਮਿਕ ਤੌਰ ਤੇ ਅਡੋਲ ਚਿੱਤ ਹੋ ਕਰਕੇ ਸਥਿਰ ਹੋ ਕਰਕੇ ਟਿਕੇ ਹਨ। ਰਹੇ ਜਾਮ ਲਗ ਠਾਂਡੇ ਉੱਪਰ ਪੁਨ ਉਤਰਾਏ ਥਿਰ ਗੁਰ ਭੂਪਰ। ਇੱਕ ਜਾਮ ਹੁੰਦਾ ਪੈਰ 3 ਘੰਟੇ ਤੱਕ ਸਤਿਗੁਰੂ ਪਾਤਸ਼ਾਹ ਜੀ ਲੋਹ ਤੇ ਸੱਜੇ, ਫਿਰ ਦੁਸ਼ਟ ਨੇ ਕਹਿ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਥੱਲੇ ਧਰਤੀ ਤੇ ਉਤਰਾਇਆ। ਪਚਿਓ ਹਿਰਦੇ ਬਹੁ ਚਿਤੇ ਉਪਾਇਆ ਬੋਲਿਓ ਨਹੀਂ ਤਰਾਸ ਨਹਿ ਪਾਇਆ। ਮਨ ਚ ਸੋਚਣ ਲੱਗਾ ਪਚਿਓ ਹਿਰਦੇ ਬੜਾ ਸੜਦਾ ਹੈ ਦੁਸ਼ਟ ਚੰਦੂ, ਚਿੱਤੇ ਉਪਾਇਆ ਹੁਣ ਹੋਰ ਉਪਾਵਾਂ ਨੂੰ ਚਿਤਵਦਾ ਸੋਚਦਾ ਹੈ ਕਿ ਅੱਜ ਗੁਰੂ ਅਰਜਨ ਦੇਵ ਬੋਲੇ ਨਹੀਂ ਨਾ ਇਹਨਾਂ ਮੇਰਾ ਕੋਈ ਡਰ ਭਾਉ ਪਾਇਆ ਹੈ। ਕੌਣ ਯਤਨ ਕਰ ਸੇ ਮਨਾਵੋ ਕੋ ਸੰਕਟ ਐਸੋ ਦਿਖਰਾਵੋ। ਕਿਹੜਾ ਯਤਨ ਕਰਕੇ ਮੈਂ ਇਹਨਾਂ ਨੂੰ ਮਨਵਾ ਲਵਾਂ, ਮੇਰੀ ਗੱਲ ਮੰਨ ਜਾਣ ਤੇ ਇਸ ਤਰ੍ਹਾਂ ਕਿਹੜਾ ਸੰਕਟ ਹੁਣ ਇਹੋ ਜਿਹਾ ਇਹਨਾਂ ਨੂੰ ਵਿਖਾਵਾਂ ਦੁੱਖ ਦਵਾਂ ਕਿ ਇਹ ਮੇਰੀ ਗੱਲ ਨੂੰ ਪ੍ਰਵਾਨ ਕਰ ਲੈਣ। ਜਿਸ ਤੇ ਅਧਿਕ ਤਰਾਸ ਕੋ ਪਾਏ ਬੋਲੇ ਤਤ ਛਿਨ ਮੌਨ ਹਟਾਏ। ਜਿਸ ਕਰਕੇ ਇਹ ਬਹੁਤਾ ਡਰ ਭੈ ਪਾ ਕਰਕੇ ਕੁਛ ਨਾ ਕੁਛ ਮੂੰਹ ਤੋਂ ਬੋਲਣ ਤੇ ਛੇਤੀ ਨਾਲ ਬੋਲ ਕੇ ਆਪਣੀ ਜਿਹੜੀ ਮੌਨ ਧਾਰਨ ਕੀਤੀ ਹੈ ਇਹ ਚੁੱਪ ਹਟਾ ਦੇਣ। ਇਹ ਵੱਡ ਧਰਮੀ ਧਰਮ ਸੰਭਾਰੈ ਪ੍ਰਾਨ ਜਾਤ ਲਓ ਨਹੀਂ ਨਿਵਾਰੈ। ਦੁਸ਼ਟ ਚੰਦੂ ਨਾਲੇ ਸੋਚਦਾ ਬੜੇ ਵੱਡੇ ਧਰਮੀ ਨੇ, ਧਰਮ ਤੇ ਪਹਿਰਾ ਦੇਣ ਵਾਲੇ ਨੇ, ਆਪਣਾ ਧਰਮ ਸੰਭਾਲਣਗੇ, ਧਰਮ ਨੂੰ ਨਹੀਂ ਛੱਡਣਗੇ। ਪ੍ਰਾਨ ਜਾਨ ਲਓ ਲਓ ਤੱਕ, ਪ੍ਰਾਨ ਨਾਸ਼ ਹੋਣ ਤੱਕ, ਪ੍ਰਾਣਾਂ ਦੇ ਖਤਮ ਹੋ ਜਾਣ ਤੱਕ
ਨਹੀਂ ਨਿਵਾਰੇ ਆਪਣੇ ਧਰਮ ਨੂੰ, ਆਪਣੇ ਅਸੂਲ ਨੂੰ ਕਦੀ ਛੱਡਣਗੇ ਨਹੀਂ। ਜਾਤੀ ਧਰਮ ਹਰਨ ਕੋ ਤਰਾਸਾ, ਦਿਖਰਾਵੋ ਪੁਨ ਪਰਵੋ ਆਸਾ। ਇਸ ਵਾਸਤੇ ਹੁਣ ਇਹਨਾਂ ਨੂੰ ਇਹਨਾਂ ਦੇ ਧਰਮ ਨੂੰ ਨਾਸ਼ ਕਰਨ ਦਾ ਡਰਾਵਾ ਦਵਾਂ। ਦਿਖਰਾਵੋ ਪੁਨ ਪਰਵੋ ਆਸਾ, ਇਹਨਾਂ ਨੂੰ ਇਹਨਾਂ ਦਾ ਧਰਮ ਨਾਸ਼ ਕਰਨ ਦਾ ਭੈ ਦਵਾਂ ਤੇ ਫਿਰ ਮੈਂ ਆਪਣੇ ਮਨ ਦੀ ਆਸਾ ਮੁਰਾਦ ਨੂੰ ਪੂਰੀ ਕਰ ਲਵਾਂਗਾ। ਇਮ ਨਿਸ਼ਚੈ ਕਰ ਮੂਰਖ ਮਾਨੇ, ਕਹੀ ਸਿਪਾਹਨ ਕੇ ਸੰਗ ਬਾਨੇ। ਇਸ ਤਰ੍ਹਾਂ ਮਨ 'ਚ ਨਿਸ਼ਚਾ ਕਰਕੇ ਮੂਰਖ ਹੰਕਾਰੀ ਮਾਨੀ ਚੰਦੂ ਨੇ ਆਪਣੇ ਸਿਪਾਹੀਆਂ ਦੇ ਸੰਗ ਐਸੀ ਬਾਣੀ ਬੋਲ ਕਹੇ। ਇਕ ਚਲ ਜਾਓ ਚੰਡਾਲਨ ਪਾਸ, ਆਜ ਭਈ ਕੋ ਗਊ ਬਿਨਾਸ਼। ਕਹਿਣ ਲੱਗਾ ਇੱਕ ਜਾਣਾ ਚੰਡਾਲਾਂ ਦੇ ਕੋਲ ਚੱਲ ਕੇ ਜਾਓ, ਅੱਜ ਜਿਹੜੀ ਕੋਈ ਗਊ ਮਰੀ ਹੋਈ ਹੈ ਤਿਸ ਕੋ ਚਰਮ ਉਤਾਰਤ ਲਿਆਓ, ਸਭ ਸਿਰ ਇਸ ਤੇ ਮੜਵਾਵੋ। ਉਸ ਗਾਂ ਦਾ ਜਿਹੜਾ ਚੰਮ ਹੈ ਉਤਰਾ ਕਰਕੇ ਲਿਆਵੋ ਤੇ ਇਹਨਾਂ ਦਾ ਸਾਰਾ ਸਰੀਰ ਉਸ ਗਾਂ ਦੇ ਚੰਮ ਦੇ ਵਿੱਚ ਮੜਵਾ ਦੇਣਾ ਕਰੋ। ਸਤਿਗੁਰ ਸ਼੍ਰੋਣ ਸੁਨਾਏ ਬਖਾਨਾ, ਭੋਰ ਹੋਤ ਲਿਆਵੋ ਇਸ ਥਾਨਾ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਭੈ ਦੇਣ ਦੇ ਲਈ, ਭੈ ਭੇਦ ਕਰਨ ਵਾਸਤੇ ਸਾਹਿਬਾਂ ਦੇ ਕੰਨਾਂ ਵਿੱਚ ਸੁਨਾ ਕਰਕੇ ਉੱਚੀ ਸਾਰੀ ਆਵਾਜ਼ 'ਚ ਆਖਿਓ ਸੋ ਕਿ ਭੋਰ ਹੋਤ ਲਿਆਵੋ ਇਸ ਥਾਨਾ। ਸਵੇਰ ਹੁੰਦਿਆਂ ਸਾਰ ਇਸ ਥਾਨ ਤੇ ਗਾਂ ਦੀ ਖਲ ਲੈ ਕਰਕੇ ਆਓ। ਬੈਠ ਨਿਕਟ ਦੁਖ ਦਿਓ ਮਹਾਨੋ, ਧਰਮ ਵਿਗਾਲ ਪ੍ਰਾਨ ਪੁਨਹਾਨੋ। ਤੇ ਮੈਂ ਆਪ ਨੇੜੇ ਬੈਠ ਕਰਕੇ ਇਹਨਾਂ ਨੂੰ ਭਾਰੀ ਦੁੱਖ ਦਵਾਂਗਾ, ਇਹਨਾਂ ਦਾ ਧਰਮ ਵਿਗਾੜ ਕਰਕੇ ਤੇ ਫਿਰ ਇਹਨਾਂ ਦੇ ਪ੍ਰਾਨ ਨਾਸ਼ ਕਰਾਂਗਾ। ਇਮ ਕਹਿ ਮੂਰਖ ਸਦਨ ਸੁਧਾਰਾ, ਕ੍ਰੋਧੀ ਕਪਟੀ ਬੜ ਹਥਿਆਰਾ। ਇਸ ਤਰ੍ਹਾਂ ਕਹਿ ਕਰਕੇ ਮੂਰਖ ਚੰਦੂ ਆਪਣੇ ਸਦਨ ਘਰ ਨੂੰ ਸਿਧਾਰਾ ਚਲਿਆ ਗਿਆ। ਜਿਹੜਾ ਕ੍ਰੋਧੀ ਹੈ, ਕਪਟੀ ਤੇ ਬੜਾ ਵੱਡਾ ਹਥਿਆਰਾ ਪਾਪੀ ਹੈ। ਸੋ ਦਿਨ ਗਇਓ ਬੀਤ ਨਿਸਿਆਈ, ਛਾਇਓ ਜਗ ਮੈਂ ਤਮ ਸਮਦਾਈ। ਉਹ ਦਿਨ ਵੀ ਬਤੀਤ ਹੋ ਗਿਆ, ਇਹ ਪੰਜਵੀਂ ਰਾਤ ਸੀ ਤੇ ਅਗਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹੀਦੀ ਪ੍ਰਾਪਤ ਕਰਨੀ ਹੈ। ਸੋ ਦਿਨ ਲੰਘ ਗਿਆ, ਰਾਤ ਬਤੀਤ ਹੋਈ, ਰਾਤ ਪੈ ਗਈ। ਛਾਇਓ ਸਭ ਜਗ ਤਮ ਸਮਦਾਈ, ਸਾਰੇ ਸੰਸਾਰ ਦੇ ਅੰਦਰ ਤਮ ਸੰਘਣਾ ਗਾੜਾ ਕੋਪ ਹਨੇਰਾ ਛਾ ਗਿਆ। ਅਰਧ ਜਾਤ ਜਾਨੀ ਜਬ ਹੋਈ, ਨੁਖਾਗੀ ਕੀ ਸੁਨ ਸੁਨ ਸੋਈ। ਜਦੋਂ ਅੱਧੀ ਰਾਤ ਜਾਨੀ ਹੋਈ ਕਿ ਰਾਤ ਅੱਧੀ ਲੰਘ ਗਈ ਹੈ, ਇਸ ਦੁਸ਼ਟ ਚੰਦੂ ਪਾਪੀ ਦੀ ਜਿਹੜੀ ਨੁਖਾ ਨੋਹ ਸੀ ਨਾ, ਉਸਨੇ ਜਦੋਂ ਸੁਣਿਆ, ਉਹ ਸੁਣ ਕਰਕੇ ਸੰਕਟ ਮਹਾ ਪਾਏ ਕਰ ਰੋਈ, ਖਾਨ ਪਾਨ ਗੁਰ ਕਰੇ ਨਾ ਕੋਈ। ਉਹਨੇ ਆਪ ਬੜਾ ਸੰਕਟ ਮੰਨਿਆ, ਮਨ ਵਿੱਚ ਦੁੱਖ ਮੰਨ ਕਰਕੇ ਬੜਾ ਰੋਈ, ਬੜਾ ਕੁਰਲਾਈ ਕਿ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਈ ਦਿਨਾਂ ਤੋਂ ਨਾ ਕੁਛ ਖਾਧਾ ਤੇ ਨਾ ਕੁਛ ਪੀਤਾ ਹੈ। ਜਾਏ ਆਜ ਸੁਧ ਲੇਵਾ ਗੁਰ ਕੇ, ਕਰੇ ਕਹਾ ਸੁਨਿਓ ਸਭ ਉਰ ਕੇ। ਅੱਜ ਰਾਤ ਜਾ ਕੇ ਮੈਂ ਗੁਰੂ ਸਾਹਿਬ ਜੀ ਦੀ ਖਬਰ ਲੈਂਦੀ ਹਾਂ ਕਿ ਗੁਰੂ ਸਾਹਿਬ ਜੀ ਕੀ ਕਰਦੇ ਹਨ, ਕਰੇ ਕਹਾਂ ਸੁਨੋ ਸਭ ਉਰ ਕੀ। ਉਹਨਾਂ ਦੇ ਮਨ ਦੀ ਵਿਚਾਰ ਗੱਲ ਮੈਂ ਸੁਣਨਾ ਕਰਦੀ ਹਾਂ। ਸਭ ਤੇ ਚੋਰੀ ਚੱਲ ਕਰ ਆਈ, ਖਰੇ ਸਿਪਾਹੀ ਝਿਰਕ ਹਟਾਈ। ਇਸ ਤਰ੍ਹਾਂ ਸਾਰਿਆਂ ਤੋਂ ਚੋਰੀ ਅੱਧੀ ਰਾਤ ਦੇ ਸਮੇਂ ਚੱਲ ਕਰਕੇ ਉੱਥੇ ਪਹੁੰਚੀ ਜਿੱਥੇ ਹਵੇਲੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਰੱਖਿਆ ਸੀ। ਸਿਪਾਹੀ ਪਹਿਰੇ ਤੇ ਸਾਵਧਾਨ ਸਨ। ਉਹਨਾਂ ਸਿਪਾਹੀਆਂ ਨੇ ਅੱਗੋਂ ਝਿੜਕ ਕਰਕੇ ਬੀਬੀ ਨੂੰ ਪਿਛਾਂਹ ਹਟਾਇਆ। ਤਬ ਕੰਚਨ ਕੇ ਭੂਖਨ ਦੀਨ, ਅੰਤ ਬਰੀ ਦਰਸ ਗੁਰ ਕੀ ਦੀਨ। ਤਦੋਂ ਉਸ ਬੀਬਾ ਨੇ ਜਿਹੜੇ ਕੰਚਨ ਸੋਨੇ ਦੇ ਭੂਖਣ ਗਹਿਣੇ ਜੇਵਰ ਸਨ ਉਹ ਉਹਨਾਂ ਨੂੰ ਦਿੱਤੇ ਕਿ ਮੈਂ ਸਤਿਗੁਰੂ ਸਾਹਿਬ ਦਾ ਦਰਸ਼ਨ ਕਰਨਾ ਹੈ। ਉਹ ਆਪਣੇ ਗਹਿਣੇ ਰਿਸ਼ਵਤ ਵਜੋਂ ਦੇ ਕਰਕੇ ਅੰਦਰ ਚਲੀ ਗਈ, ਜਾ ਕੇ ਸਾਹਿਬਾਂ ਦੇ ਦਰਸ਼ਨ ਕੀਤੇ। ਹਾਥ ਜੋਰ ਤਬ ਖਰੀ ਵਿਚਾਰੀ, ਮੈਂ ਅਪਰਾਧਨ ਪ੍ਰਭੂ ਤੁਮਾਰੀ। ਹੱਥ ਜੋੜ ਕਰਕੇ ਸਾਹਿਬਾਂ ਦੇ ਸਾਹਮਣੇ ਖਲੋਤੀ, ਵਿਚਾਰੀ ਸਾਹਮਣੇ ਖਲੋਤੀ ਤੇ ਕਹਿਣ ਲੱਗੀ, ਹੈ ਪ੍ਰਭੂ ਸਤਿਗੁਰੂ, ਮੈਂ ਆਪ ਜੀ ਦੀ ਅਪਰਾਧਨ ਹਾਂ, ਗੁਨਾਹਗਾਰ ਹਾਂ।
ਕਸ਼ਟ ਇਤੇ ਸੁਨ ਜੀਵਤ ਰਹੀ, ਦੁਸ਼ਟ ਕੁਟੰਬ ਤਜਿਓ ਮੈਂ ਨਹੀਂ। ਮੈਂ ਆਪ ਜੀ ਦੇ ਬਾਰੇ ਇੰਨੇ ਕਸ਼ਟ ਸੁਣ ਕਰਕੇ ਫਿਰ ਵੀ ਜਿਉਂਦੀ ਰਹੀ ਹਾਂ। ਦੁਸ਼ਟ ਦੇ ਪਰਿਵਾਰ ਨੂੰ ਮੈਂ ਛੱਡ ਨਹੀਂ ਸਕੀ ਹਾਂ। ਉਸ ਦੁਸ਼ਟ ਦੀ ਮੈਂ ਨੂੰਹ ਹਾਂ। ਜਿਸ ਦੁਸ਼ਟ ਨੇ ਤੁਹਾਡੇ ਉੱਪਰ ਇੰਨਾ ਭਾਰੀ ਅਤਿਆਚਾਰ ਜ਼ਬਰ ਜ਼ੁਲਮ ਕੀਤਾ ਹੈ। ਚਲੈ ਨਹੀਂ ਕੁਛ ਮੇਰੋ ਚਾਰਾ, ਨਿਜ ਮਰਨੋ ਇਕ ਹਾਥ ਮਝਾਰਾ। ਮਹਾਰਾਜ ਮੇਰਾ ਕੋਈ ਚਾਰਾ ਯਤਨ ਨਹੀਂ ਚੱਲ ਸਕਦਾ ਹੁਣ। ਬਸ ਮੈਂ ਸਮਝਦੀ ਹਾਂ ਕਿ ਇੱਕ ਮਰਨਾ ਹੀ ਮੇਰੇ ਹੱਥ ਵਿੱਚ ਹੈ, ਉਹ ਮੈਂ ਮਰ ਸਕਦੀ ਹਾਂ। ਸੁਨ ਸਤਿਗੁਰ ਬੋਲੇ ਸੁਖਦਾਇਕ, ਨਹੀਂ ਸੁਤਾ ਤੂੰ ਇਸ ਘਰ ਲਾਇਕ। ਸੁਣ ਕਰਕੇ ਦੀਨ ਦੁਨੀ ਦੇ ਮਾਲਕ ਗੁਰੂ ਅਰਜਨ ਦੇ ਪਾਤਸ਼ਾਹ ਸੁਖਦਾਇਕ ਸੁੱਖਾਂ ਦੇ ਦਾਤੇ ਬੋਲੇ ਬੱਚੀ, ਤੇ ਇਹ ਤੂੰ ਇਸ ਘਰ ਦੇ ਲਾਇਕ ਜੋਗ ਨਹੀਂ ਹੈ। ਭਈ ਪ੍ਰਭਾਤ ਕਰੇ ਤਬ ਤਿਆਰੀ, ਚਲ ਬੋਚ ਹੈ ਚਲ ਸੰਗ ਹਮਾਰੀ। ਸਾਹਿਬ ਜੀ ਕਹਿਣ ਲੱਗੇ ਕਿ ਪ੍ਰਭਾਤ ਹੋਣ ਤੇ ਤੂੰ ਆਪਣੀ ਤਿਆਰੀ ਕਰ ਲੈ। ਚਲਬੋ ਚਾਹੇ ਜੇਕਰ ਤੂੰ ਚੱਲਣਾ ਚਾਹੁੰਦੀ ਹੈ, ਚੱਲ ਸੰਗ ਹਮਾਰੀ, ਸਾਡੇ ਨਾਲ ਹੀ ਤੂੰ ਚਾਲਾ ਪਾ ਜਾ। ਸੋ ਅਸੀਂ ਸਾਹਿਬਾਂ ਨੇ ਦੱਸ ਦਿੱਤਾ ਕਿ ਕੱਲ ਨੂੰ ਸ਼ਹੀਦੀ ਪ੍ਰਾਪਤ ਕਰ ਜਾਣੀ ਹੈ। ਬੋਲੀ ਸੇਵ ਜਥਾ ਮੈਂ ਲਾਇਕ, ਕਹਿ ਦੀਜੈ ਸੋ ਕਰੈ ਸੁਭਾਇਕ। ਸੋਏ ਬੀਬਾ ਬੋਲੀ ਮਹਾਰਾਜ ਕਿਰਪਾ ਕਰੋ, ਜਿਹੋ ਜੀ ਸੇਵਾ ਦੇ ਟਹਿਲ ਦੇ ਮੈਂ ਲਾਇਕ ਹਾਂ, ਮੈਨੂੰ ਯੋਗ ਸਮਝਦੇ ਹੋ ਤਾਂ ਕਿਰਪਾ ਕਰਕੇ ਮਹਾਰਾਜ ਉਹ ਸੇਵਾ ਮੈਨੂੰ ਬਖਸ਼ੋ, ਉਹ ਸੇਵਾ ਦੱਸੋ। ਕਹਿ ਦੀਜੇ ਸੋ ਕਰੋ ਸੁਭਾਇਕ, ਉਹ ਸੇਵਾ ਮੈਨੂੰ ਆਪ ਜੀ ਕਹਿ ਦਓ। ਮੈਂ ਸਹਿਜ ਸੁਭਾਇਕ ਹੀ ਆਪ ਜੀ ਦੀ ਦੱਸੀ ਹੋਈ ਸੇਵਾ ਨੂੰ, ਆਪ ਜੀ ਦੇ ਦੱਸੇ ਹੋਏ ਕਾਰਜ ਨੂੰ ਕਰਨਾ ਕਰਾਂਗੇ। ਕਿਰਪਾ ਕਰੀ ਅਬ ਮੋਹਿ ਬਤਾਵਾ, ਤਿਆਗੋ ਪ੍ਰਾਨ ਨਾ ਜੀਵਨ ਭਾਵਾ। ਹੇ ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਨੇ ਬੜੀ ਕਿਰਪਾ ਕਰ ਦਿੱਤੀ ਹੈ। ਹੁਣ ਤੁਸੀਂ ਮੈਨੂੰ ਦੱਸ ਦਿੱਤਾ ਹੈ ਕਿ ਅਸੀਂ ਕੱਲ ਨੂੰ ਸੱਚਖੰਡ ਪਿਆਨਾ ਕਰ ਜਾਣਾ ਹੈ, ਤੇ ਮਹਾਰਾਜ ਫਿਰ ਮੈਂ ਇਹਨਾਂ ਦੁਸ਼ਟਾਂ ਦੇ ਘਰ ਵਿੱਚ ਰਹਿ ਕੇ ਜਿਉਂ ਕਰਕੇ ਕੀ ਲੈਣਾ ਹੈ। ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਉਸ ਪਿਆਰੇ ਤੋਂ ਪਿੱਛੋਂ ਸੰਸਾਰ ਵਿੱਚ ਰਹਿਣਾ ਕਾਹਦਾ ਰਹਿਣਾ ਹੈ। ਲਾਹਨਤ ਹੈ ਇਹੋ ਜਿਹੇ ਜੀਵਨ ਨੂੰ। ਮਹਾਰਾਜ ਤਿਆਗੋ ਪ੍ਰਾਣ ਨਾ ਜੀਵਨ ਭਾਵਾ, ਮੈਂ ਵੀ ਆਪਣੇ ਪ੍ਰਾਣ ਛੱਡ ਦੇਵਾਂਗੀ। ਮੈਨੂੰ ਵੀ ਹੁਣ ਜਿਉਣਾ ਭਾਉਂਦਾ ਨਹੀਂ, ਮੈਨੂੰ ਜਿਉਣਾ ਚੰਗਾ ਨਹੀਂ ਲੱਗਦਾ। ਗੁਰ ਕਹੈ ਹਮਰੇ ਚਾਹ ਨ ਕੋਈ, ਜਾਹੋ ਅਬੈ ਕਰ ਚਿਤ ਰੁਚ ਜੋਈ। ਜਦੋਂ ਇਸ ਬੀਬਾ ਨੇ ਸਾਹਿਬਾਂ ਕੋਲੋਂ ਟਹਿਲ ਸੇਵਾ ਪੁੱਛੀ, ਮਹਾਰਾਜ ਕੋਈ ਨਾ ਕੋਈ ਤਾਂ ਟਹਿਲ ਸੇਵਾ ਦੱਸੋ, ਤਾਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਆਖਣ ਲੱਗੇ, ਬੇਟਾ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦੀ ਚਾਹ ਨਾ ਕੋਈ, ਕੋਈ ਚਾਹ, ਕੋਈ ਇੱਛਾ, ਕੋਈ ਖੈਸ਼, ਕੋਈ ਤਮੰਨਾ ਨਹੀਂ ਹੈ ਕਿ ਅਸੀਂ ਤੇਰੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਸੇਵਾ ਕਰਵਾਈਏ। ਕੋਈ ਸੇਵਾ ਕਰਵਾਉਣ ਦੀ, ਕੋਈ ਟਹਿਲ ਕਰਵਾਉਣ ਦੀ ਕੋਈ ਸਾਡੇ ਮਨ 'ਚ ਇੱਛਾ ਭਾਵਨਾ ਨਹੀਂ। ਜਾ ਹੁਣ ਤੂੰ ਆਪਣੇ ਘਰ ਚਲੀ ਜਾ, ਕਰ ਚਿਤ ਰੁਚ ਜੋਈ। ਸੋ ਚਿੱਤ ਦੀ ਖਾਹਿਸ਼ ਤੂੰ ਆਪਣੀ ਜਾ ਕੇ ਪੂਰੀ ਕਰ, ਜਿਵੇਂ ਤੇਰੇ ਮਨ ਦੀ ਇੱਛਾ ਹੈ। ਆਪਣੀ ਇੱਛਾ ਅਨੁਸਾਰ ਜੇਕਰ ਚਾਹੁੰਦੀ ਕਿ ਮੈਂ ਸਰੀਰ ਛੱਡ ਕੇ ਜਾਣਾ ਹੈ, ਤਾਂ ਫਿਰ ਜਿਵੇਂ ਤੇਰੀ ਇੱਛਾ ਉਸ ਤਰ੍ਹਾਂ ਕਰਨਾ ਕਰ। ਸੁਨ ਗਮਨੀ ਅੰਮ੍ਰਿਤ ਨਿਸ਼ਚੈ ਕਰਕੇ, ਕਿਆ ਫਲ ਪੈ ਹੋ ਪ੍ਰਾਨਨ ਧਰ ਕੇ। ਸਾਹਿਬਾਂ ਦੇ ਕੋਲੋਂ ਇਹ ਬਚਨ ਸੁਣ ਕਰਕੇ ਭਾਈ ਸਾਹਿਬ ਕਹਿੰਦੇ, ਸੁਣ ਗਮਣੀ ਮ੍ਰਿਤ ਨਿਸ਼ਚੈ ਕਰਕੇ, ਆਪਣੀ ਮੌਤ ਦਾ ਨਿਸ਼ਚਾ ਕਰਕੇ ਮੈਂ ਹੁਣ ਕੱਲ ਤੱਕ ਜਿਉਂਦੀ ਨਹੀਂ ਰਹਾਂਗੀ, ਮੈਂ ਵੀ ਸਰੀਰ ਛੱਡ ਜਾਵਾਂਗੀ। ਦੁਸ਼ਟ ਚੰਦੂ ਦੀ ਨੋ ਜੋ ਗੁਰੂ ਕੇ ਸਿੱਖ ਦੀ ਬੱਚੀ ਬੜੀ ਭਾਵਨਾ ਤੇ ਸ਼ਰਧਾ ਵਾਲੀ, ਚੰਗੇ ਸੰਸਕਾਰਾਂ ਦੀ ਧਾਰਨੀ ਹੈ। ਉਹ ਬੱਚੀ ਤੁਰੀ ਜਾ ਰਹੀ ਆਪਣੇ ਘਰ ਨੂੰ, ਤੇ ਮਨ ਵਿੱਚ ਸੋਚਦੀ ਜਾ ਰਹੀ ਹੈ, ਕਿਆ ਫਲ ਪਏ ਹੋ ਪ੍ਰਾਨਨ ਧਰ ਕੇ। ਹੁਣ ਮੈਂ ਪ੍ਰਾਣਾਂ ਨੂੰ ਧਾਰ ਕੇ ਜਿਉਂਦੀ ਰਹਿ ਕਰਕੇ ਵੀ ਕੀ ਫਲ ਪਾਉਣਾ ਹੈ, ਕੀ ਲੈਣਾ ਹੈ।
ਬੇਤੀ ਵਿਵਾਹ ਵਰ ਭਈ ਪ੍ਰਭਾਤੀ, ਬੈਠੇ ਰਹੇ ਗੁਰੂ ਤਿਸ ਭਾਂਤੀ। ਉਹ ਜਿਹੜੀ ਵਿਭਾਵਰੀ ਆਈ ਨਾ ਰਾਤ, ਵਿਭਾਵਰ ਕਹਿੰਦੇ ਰਾਤ ਨੂੰ, ਉਹ ਕਾਲੀ ਬੋਲੀ ਰਾਤ ਬਤੀਤ ਹੋ ਗਈ ਤੇ ਪ੍ਰਭਾਤੀ ਸਵੇਰ ਹੋ ਗਈ, ਦਿਨ ਚੜ ਗਿਆ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤਿਸ ਭਾਂਤੀ ਜਿਵੇਂ ਪਹਿਲਾਂ ਐਨ ਆਰਾਮ ਦੇ ਵਿੱਚ, ਸੁਖ ਵਿੱਚ, ਟਿਕਾ ਵਿੱਚ, ਆਤਮਿਕ ਅਡੋਲਤਾ ਦੇ ਵਿੱਚ ਬੈਠੇ ਸਨ। ਕੋਈ ਮੁਖ ਤੋਂ ਹਾਏ ਨਹੀਂ, ਕੋਈ ਸੇ ਨਹੀਂ, ਕੋਈ ਮੁਖ ਮੰਡਲ ਉੱਪਰ ਗਮ ਦੇ, ਕੋਈ ਚਿੰਤਾ ਫਿਕਰ ਦੇ, ਕੋਈ ਸ਼ਿਕਨ ਦੇ, ਕੋਈ ਹਾ ਭਾਵ ਦਿਖਾਈ ਨਹੀਂ ਦਿੰਦੇ। ਕਿਸੇ ਤਰ੍ਹਾਂ ਦੀ ਚਿੰਤਾ ਤੇ ਗਮ ਦੇ ਚਿਹਰੇ ਤੇ ਕੋਈ ਚਿੰਨ੍ਹ, ਕੋਈ ਨਿਸ਼ਾਨ ਨਹੀਂ। ਸ਼ਾਂਤ ਚਿੱਤ ਮੁਖੜਾ ਹੈ, ਜਿਵੇਂ ਪਹਿਲੇ ਦਿਨ ਸਨ। ਹੁਣ ਵੀ ਉਸੇ ਤਰ੍ਹਾਂ ਹੀ ਗਰੀਬ ਨਵਾਜ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸ਼ਾਂਤ ਚਿੱਤ ਸੱਜੇ ਬੈਠੇ ਹਨ। ਸਗਰੇ ਨਗਰ ਪਰਿਓ ਬੜ ਰੌਰਾ, ਘਰ ਘਰ ਦਰ ਦਰ ਠੌਰਹਿ ਠੌਰਾ। ਭਾਈ ਸਾਹਿਬ ਕਹਿੰਦੇ ਸਾਰੇ ਲਾਹੌਰ ਸ਼ਹਿਰ ਵਿੱਚ, ਲਾਹੌਰ ਸ਼ਹਿਰ ਕਿਹੜਾ ਛੋਟਾ, ਸਾਰੇ ਲਾਹੌਰ ਸ਼ਹਿਰ ਵਿੱਚ ਜਿੱਥੇ ਜਿੱਥੇ ਕੋਈ ਸਿੱਖ ਵਸਦਾ ਸੀ, ਥਾਵਾਂ ਥਾਵਾਂ ਤੇ ਰੌਲਾ ਪੈ ਗਿਆ। ਘਰ ਘਰ ਦਰ ਦਰ ਠੌਰੇ ਠੌਰਾ, ਘਰ ਘਰਾਂ ਦਰਾਂ ਦਰਾਂ ਦਰਵਾਜ਼ਿਆਂ ਤੇ ਥਾਵਾਂ ਥਾਵਾਂ ਤੇ ਇਸ ਗੱਲ ਦੀ ਚਰਚਾ ਚੱਲ ਪਈ। ਬਾਰ ਬਾਰ ਤਿਸ ਪੌਰੇ ਅਗਾਰੀ, ਫਿਰ ਜਾਤ ਨਿਹਾਰ ਨਿਹਾਰੀ। ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੁਸ਼ਟ ਚੰਦੂ ਦੇ ਘਰ ਦੇ ਵਿੱਚ ਹਨ, ਤੇ ਉਹ ਮਹਿਸੂਸ ਹੋ ਰਿਹਾ ਕਿ ਦੁਸ਼ਟ ਚੰਦੂ ਉਹਨਾਂ ਨੂੰ ਕਈ ਤਰ੍ਹਾਂ ਦੇ ਕਸ਼ਟ ਤੇ ਤਸੀਹੇ ਦੇ ਰਿਹਾ ਹੈ। ਤੇ ਗੁਰੂ ਕੇ ਸਿੱਖ ਵਾਰ ਵਾਰ ਉਸ ਦਰਵਾਜ਼ੇ ਦੇ ਅੱਗੇ ਆਉਂਦੇ, ਜਿਹੜਾ ਹਵੇਲੀ ਦਾ ਮੁੱਖ ਦਰਵਾਜ਼ਾ ਹੈ। ਫਿਰ ਜਾਤ ਨਿਹਾਰ ਨਿਹਾਰੀ, ਪਰ ਉੱਥੋਂ ਸਿਪਾਹੀ ਅੱਗੋਂ ਝਿੜਕ ਕੇ ਭਜਾ ਦਿੰਦੇ ਨੇ ਕਿ ਇੱਥੇ ਕਿਸੇ ਖਲੋਣਾ ਨਹੀਂ। ਅੱਜ ਵੀ ਸਰਕਾਰਾਂ ਇਹੋ ਕੋਸ਼ਿਸ਼ ਕਰਦੀਆਂ ਆਪਣੇ ਜ਼ੁਲਮ ਨੂੰ ਪੂਰਾ ਕਰਨ ਵਾਸਤੇ, ਕਹਿੰਦੇ ਇੱਥੇ 44 ਲੱਗੀ ਹੈ। ਆਪ ਜਿੰਨਾ ਮਰਜ਼ੀ ਖੂਨ ਵਗਾਉਣ, ਕੋਈ ਉਸ ਦੇ ਵਿਰੋਧ ਵਿੱਚ ਕੋਈ ਪ੍ਰੋਟੈਸਟ ਕਰਦਾ ਹੈ, ਕੋਈ ਨਾਰਾ ਲਾਉਂਦਾ, ਕੋਈ ਧਰਨਾ ਲਾਉਂਦਾ, ਤੇ ਕਹਿੰਦੇ ਇੱਥੇ 44 ਲੱਗੀ। ਇੱਥੇ 2-4 ਬੰਦੇ ਨਹੀਂ ਬੈਠ ਸਕਦੇ ਆਪਣਾ ਹੱਕ ਲੈਣ ਵਾਸਤੇ। ਜ਼ਬਰ ਜ਼ੁਲਮ ਦੀ ਇੰਤਹਾ ਕਰਨ ਵਾਲਿਆਂ ਦੇ ਵਿੱਚ ਉਹੀ ਰੂਹਾਂ ਪੁਰਾਣੀਆਂ ਸਨ ਤੇ ਉਹੀ ਅੱਜ ਨੇ। ਸੋ ਜ਼ਬਰ ਜ਼ੁਲਮ ਕਦੀ ਬਦਲਦਾ ਨਹੀਂ, ਸਗੋਂ ਨਵੇਕਲੇ ਨਵੇਂ ਢੰਗ ਤਰੀਕੇ ਵਰਤੇ ਜਾਂਦੇ ਨੇ ਜ਼ੁਲਮ ਕਰਨ ਦੇ, ਕਿ ਆਪਣੇ ਵਿਰੋਧੀ ਨੂੰ ਜਾਂ ਸੱਚ ਨੂੰ ਦਬਾਉਣਾ ਕਿਵੇਂ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਨਿਵਾਸੀ ਸਿੱਖ ਗੁਰਸਿੱਖ ਪਿਆਰੇ ਜਦੋਂ ਵਾਰ-ਵਾਰ ਦਰਵਾਜ਼ੇ ਲਾਗੇ ਆਉਂਦੇ ਨਾ, ਤੇ ਨੇੜੇ ਆਉਂਦੇ ਤੇ ਦੁਸ਼ਟ ਲੋਕ ਢਾ ਦਿੰਦੇ, ਤੇ ਨਿਹਾਰ ਨਿਹਾਰੀ ਦੂਰੋਂ ਹੀ ਤੱਕ ਤੱਕ ਕਰਕੇ ਜਾਂਦੇ ਹਨ। ਨਿਸ ਦਿਨ ਰਹਿ ਕਿਵਾਰ ਸੰਜਤ, ਬਾਂਛਤ ਚਿਤ ਕਿਮ ਹੋਏ ਸੋ ਭੰਜਤ। ਗੁਰੂ ਕੇ ਸਿੱਖ ਕੀ ਤੱਕਦੇ ਨੇ ਕਿ ਨਿਸ ਦਿਨ ਰਾਤ ਜਿਹੜੇ ਹਵੇਲੀ ਦੇ ਦਰਵਾਜ਼ੇ ਅਸੰਜਤ ਰਹਿੰਦੇ, ਬੰਦ ਰਹਿੰਦੇ ਨੇ, ਉਹ ਦਰਵਾਜ਼ੇ ਖੁੱਲ੍ਹਦੇ ਹੀ ਨਹੀਂ। ਜਦੋਂ ਸਿੱਖ ਆਉਂਦੇ ਉਦੋਂ ਦਰਵਾਜ਼ੇ ਬੰਦ ਹੁੰਦੇ, ਤੇ ਸਿੱਖ ਮਨ 'ਚ ਬਾਂਛਤ ਚਾਹੁੰਦੇ ਨੇ ਚਿੱਤ ਵਿੱਚ ਕਿਮ ਹੋਏ ਸੋ ਭੰਜਤ। ਉਹ ਦਰਵਾਜ਼ੇ ਕਿਵੇਂ ਟੁੱਟ ਜਾਣ, ਉਹ ਦਰਵਾਜ਼ੇ ਭੱਜ ਕੇ ਇਸ ਤਰ੍ਹਾਂ ਜਾਣ। ਇਸ ਤਰ੍ਹਾਂ ਸਿੱਖ ਚਾਹੁੰਦੇ ਕਿ ਦਰਵਾਜ਼ੇ ਟੁੱਟ ਜਾਣ ਤੇ ਜਾ ਕੇ ਆਪਣੇ ਸੱਚੇ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਦੀਦਾਰ ਕਰੀਏ। ਕਿਆ ਇਹ ਕਰੈ ਲਖੀ ਨਹਿ ਜਾਈ, ਵਹਿ ਗੁਰੂ ਨਿਕਸੈ ਨਾ ਕਦਾਈ। ਗੁਰੂ ਕੇ ਸਿੱਖ ਮਨ ਹੀ ਮਨ ਵਿੱਚ ਸੋਚਦੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੁਸ਼ਟ ਚੰਦੂ ਅੰਦਰ ਕਿਹੋ ਜਿਹਾ ਜ਼ੁਲਮ ਕਮਾ ਰਿਹਾ ਸਾਹਿਬਾਂ ਨਾਲ, ਸਾਨੂੰ ਨਹੀਂ ਪਤਾ, ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਕਦੀ ਸਤਿਗੁਰੂ ਸਾਹਿਬ ਨੂੰ ਬਾਹਰ ਨਿਕਲਿਆ ਵੇਖਿਆ ਹੀ ਨਹੀਂ ਹੈ। ਜਿੱਦਣ ਦੇ ਅੰਦਰ ਪ੍ਰਵੇਸ਼ ਹੋਏ ਹਵੇਲੀ ਵਿੱਚ, ਸਾਹਿਬਾਂ ਨੂੰ ਬਾਹਰ ਨਹੀਂ ਤੱਕਿਆ। ਹੁਣ ਕੀ ਜਾਣੇ, ਕੋਈ ਕਿਸੇ ਨੂੰ ਕੀ ਪਤਾ ਕਿ ਅੰਦਰ ਕੀ ਜ਼ਬਰ ਜ਼ੁਲਮ ਹੋ ਰਿਹਾ ਹੈ। ਪੰਚ ਹੋ ਸਿੱਖ ਨਹੀਂ ਪੁਨਹੀਰੇ, ਭਈ ਕਹਾਂ ਬਚ ਸੁਨੇ ਨਾ ਫੀਰੇ। ਜਿਹੜੇ 5 ਸਿੱਖ ਗੁਰੂ ਸਾਹਿਬ ਦੇ ਨਾਲ ਗਏ ਸਨ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਨੂੰ ਵੀ ਕਿਤੇ ਬਾਹਰ ਆਉਂਦੇ ਜਾਂਦੇ ਨਹੀਂ ਵੇਖਿਆ। ਉਹ ਵੀ ਸਿੱਖ ਪਤਾ ਨਹੀਂ ਕਿੱਥੇ ਗੁਪਤ ਹੋ ਗਏ ਹਨ, ਨਾ ਕਿਤੇ ਉਹਨਾਂ ਬਾਰੇ ਸੁਣਿਆ।
ਨਾ ਕਿਤੇ ਬਾਹਰ ਫਿਰਦੇ ਵੇਖੇ ਹਨ। ਦੁਰ ਦੁਰ ਮਿਲੇ ਕਰੇ ਗੁਰ ਬਾਤ, ਕਰੇ ਪਾਤ ਕੀ ਕਿਆ ਉਤਪਾਤ। ਜਿੱਥੇ 2-4 ਸਿੱਖ ਇਕੱਠੇ ਹੁੰਦੇ ਨੇ, ਲੁਕ ਲੁਕ ਕਰਕੇ ਛੁਪ ਛੁਪ ਕਰਕੇ ਦੁਸ਼ਟਾਂ ਤੋਂ ਆਪਸ ਵਿੱਚ ਗੱਲਾਂ ਕਰਦੇ, ਆਪਣੇ ਮਨ ਦਾ ਦੁੱਖ ਸਾਂਝਾ ਕਰਦੇ ਨੇ ਤੇ ਆਖਦੇ ਨੇ ਕਰਹਿ ਪਾਤ ਕੀ ਕਿਆ ਉਤਪਾਤ। ਉਤਪਾਤੀ ਉਪਦਰਵੀ ਦੁਸ਼ਟ ਚੰਦੂ ਕਿਹੋ ਜਿਹਾ ਪਾਪ ਕਰ ਰਿਹਾ ਹੈ ਅਸੀਂ ਨਹੀਂ ਜਾਣਦੇ, ਕਿਉਂਕਿ ਧਰਮ ਤਾਂ ਉਸਦੇ ਪੱਲੇ ਹੈ ਨਹੀਂ ਤੇ ਪਾਪੀ ਨੇ ਦੁਸ਼ਟ ਨੇ ਪਾਪ ਹੀ ਕਰਨਾ, ਧਰਮ ਦਾ ਕੋਈ ਨੇਕੀ ਦਾ ਤਾਂ ਕੰਮ ਕਰਦਾ ਨਹੀਂ ਹੈ। ਇਸ ਪਾਸ ਤੇ ਕਿਹੋ ਜਿਹਾ ਪਾਪ ਤੇ ਜ਼ੁਲਮ ਕਮਾ ਰਿਹਾ ਹੈ। ਜਬ ਕੋ ਅੰਤਰਲੇ ਪਰਵੇਸ਼ਾ, ਕਿਮ ਕਲੇਸ਼ ਦੇ ਸੁਨਿਓ ਨਾਲੇਸ਼ਾ। ਜਦੋਂ ਦਾ ਗੁਰੂ ਸਾਹਿਬ ਜੀ ਨੂੰ ਅੰਦਰ ਲੈ ਕਰਕੇ ਹਵੇਲੀ 'ਚ ਵੜਿਆ ਹੈ, ਕਿਹੋ ਜਿਹਾ ਕਲੇਸ਼ ਦੁੱਖ ਦੇ ਰਿਹਾ ਹੈ, ਨਾ ਅਸੀਂ ਸੁਣਿਆ ਤੇ ਨਾ ਥੋੜਾ ਵੀ ਵੇਖਿਆ ਹੈ। ਬਸ ਨਹਿ ਚਲੈ ਜਤਨ ਕਸ਼ ਹੋਏ, ਸ਼ਾਹੂ ਸਮੀਪੇ ਜੁਤ ਟਿਗ ਹੋਏ। ਸੋ ਸਾਡਾ ਵਸ ਨਹੀਂ ਚੱਲਦਾ ਕਿ ਅਸੀਂ ਕੋਈ ਯਤਨ ਕਰ ਸਕੀਏ ਤੇ ਬਾਦਸ਼ਾਹ ਦੇ ਪਾਸ ਅਸੀਂ ਕੋਈ ਪਹੁੰਚ ਵੀ ਨਹੀਂ ਰੱਖਦੇ ਕਿ ਜਾ ਕੇ ਬਾਦਸ਼ਾਹ ਨੂੰ ਕੋਈ ਫਰਿਆਦ ਕਰੀਏ। ਧਰਮਸ਼ਾਲਾ ਮਿਲ ਮਿਲ ਪਛਤਾਵੈ, ਨਹਿ ਦਿਨ ਮੈਂ ਵਿਵਹਾਰ ਚਲਾਵੈ। ਧਰਮਸ਼ਾਲਾ ਵਿੱਚ ਸਿੱਖ ਇਕੱਠੇ ਹੋ ਕੇ ਮਿਲ ਮਿਲ ਕਰਕੇ ਪਛਤਾਵਾ ਕਰਦੇ ਤੇ ਦਿਨ ਦੇ ਸਮੇਂ ਕੋਈ ਕਾਰ ਵਿਹਾਰ ਨਹੀਂ ਕਰਦੇ। ਸਿੱਖਾਂ ਨੇ ਆਪਣੇ ਕੰਮ ਧੰਦੇ ਛੱਡ ਦਿੱਤੇ। ਖਾਨ ਪਾਨ ਰੁਚਤੇ ਨਹਿ ਕਰੇ, ਸਤਿਗੁਰ ਪਾਪੀ ਕੇ ਬਸ ਪਰੇ। ਸਿੱਖਾਂ ਨੂੰ ਖਾਣਾ ਪੀਣਾ ਭੁੱਲ ਗਿਆ, ਜਿਨ੍ਹਾਂ ਦਾ ਸਾਹਿਬਾਂ ਨਾਲ ਪਿਆਰ ਹੈ, ਸਤਿਗੁਰੂ ਪਾਤਸ਼ਾਹ ਦੇ ਪਿਆਰ ਵਿੱਚ ਜਿਹੜੇ ਜਿਉਂਦੇ ਨੇ, ਉਹਨਾਂ ਨੂੰ ਭੁੱਖ ਤੇ ਪਿਆਸ ਲੱਗਣੀ ਬੰਦ ਹੋ ਗਈ। ਕੇਵਲ ਯਾਦ ਹੈ ਤੇ ਸਤਿਗੁਰੂ ਦੀ। ਸਤਿਗੁਰ ਪਾਪੀ ਕੇ ਬਸ ਪਰੇ। ਪੰਚਮ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਦੁਸ਼ਟ ਚੰਦੂ ਦੇ ਵਸ ਵਿੱਚ ਪਏ ਹਨ। ਚਿਰੰਕਾਲ ਕੋ ਦ્વੈਸ਼ ਕਰੰਤਾ, ਨਿਕਟ ਮੁਗਲ ਚੁਗਲੀ ਉਗਲੰਤਾ। ਉਹ ਸਿੱਖ ਆਖਦੇ ਨੇ ਆਪਸ ਵਿੱਚ ਗੱਲਾਂ ਕਰਦੇ ਕਿ ਬੜੇ ਲੰਮੇ ਸਮੇਂ ਦਾ ਦੁਸ਼ਟ ਚੰਦੂ ਦ્વੈਸ਼ ਕਰਦਾ ਸੀ ਤੇ ਬਾਦਸ਼ਾਹ ਦੇ ਕੋਲ ਜਦੋਂ ਮੌਕਾ ਬਣਦਾ ਸੀ ਉਦੋਂ ਚੁਗਲੀ ਉਗਲਦਾ ਸੀ, ਚੁਗਲੀਆਂ ਕਰਦਾ, ਮੁਖਬਰੀਆਂ ਕਰਦਾ ਸੀ। ਸਤਿਗੁਰ ਨਾਤਾ ਲਿਹ ਨ ਕਬੈ, ਇਹ ਮਨਵਾਵਤ ਲਖਿਅਤ ਅਬੈ। ਗੁਰੂ ਪਾਤਸ਼ਾਹ ਇਸ ਦੁਸ਼ਟ ਦਾ ਨਾਤਾ ਰਿਸ਼ਤਾ ਕਦੀ ਨਹੀਂ ਲੈਣ ਲੱਗੇ ਤੇ ਦੁਸ਼ਟ ਚੰਦੂ ਆਪਣਾ ਰਿਸ਼ਤਾ ਗੱਲ ਮਨਵਾਉਣੀ ਚਾਹੁੰਦਾ ਹੈ। ਹਠ ਕੋ ਤਿਆਗਹਿ ਲੈ ਸਗਾਈ, ਇਹ ਬਾਤ ਆਸ਼ੇ ਬਨ ਆਈ। ਜੇਕਰ ਗੁਰੂ ਅਰਜਨ ਦੇ ਪਾਤਸ਼ਾਹ ਆਪਣਾ ਹੱਠ ਤਿਆਗ ਕਰਕੇ ਇਹ ਸਗਾਈ ਰਿਸ਼ਤਾ ਲੈ ਲੈਣ ਤਾਂ ਇਹੀ ਬਾਤ ਗੱਲ ਜਿਹੜੀ ਆਸ਼ੇ ਬਣਾਈ ਚੰਗੀ ਬਣ ਆਉਂਦੀ ਹੈ ਕਿ ਜਾਂ ਤਾਂ ਗੁਰੂ ਸਾਹਿਬ ਆਪਣਾ ਹੱਥ ਛੱਡ ਦੇਣ ਜਾਂ ਦੁਸ਼ਟ ਚੰਦੂ ਵੱਲੋਂ ਤਾਂ ਕੋਈ ਆਸ ਨਹੀਂ ਹੈ ਕਿ ਉਹ ਕੋਈ ਭਲੀ ਗੁਜ਼ਾਰੇਗਾ। ਉਹ ਤਾਂ ਪਾਪੀ ਜਿਹੜਾ ਦੁਸ਼ਟ ਹੈ ਉਹਨੇ ਵਾਹ ਲੱਗਦੀ ਪਾਪ ਹੀ ਕਰਨਾ, ਉਹਦੀ ਆਤਮਾ ਪਾਪ ਨਾਲ ਗਰਸੀ ਹੋਈ ਹੈ। ਸੋ ਸਤਿਗੁਰੂ ਪਾਤਸ਼ਾਹ ਆਪ ਹੀ ਕੁਛ ਵਿਚਾਰ ਕਰਨ, ਸਿੱਖਾਂ ਨੂੰ ਦਰਸ਼ਨ ਦੀਦਾਰ ਹੋ ਸਕਣ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲਾਹੌਰ ਨਿਵਾਸੀ ਸਿੱਖ ਕਰ ਰਹੇ ਨੇ। ਅਗਲੇ ਪ੍ਰਸੰਗ ਦੇ ਅੰਦਰ 37ਵੇਂ ਅੰਸੂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਸੱਚਖੰਡ ਗਮਨ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਾਵੀ ਦਰਿਆ ਦੇ ਕੰਢੇ ਤੇ ਲਾਹੌਰ ਜਿਵੇਂ ਆਪਣਾ ਪੰਜ ਭੂਤਕ ਸਰੀਰ ਤਿਆਗ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਪ੍ਰਸੰਗ ਭਾਈ ਸਾਹਿਬ ਜੀ ਅੱਗੇ ਪ੍ਰਾਰੰਭ ਕਰ ਰਹੇ ਨੇ। ਕੱਲ੍ਹ ਦੇ ਔਰ ਪਰਸੋਂ ਦੇ 2 ਦਿਨ ਦੇ ਦੀਵਾਨ ਅੰਦਰ ਆਪਾਂ ਇਹ ਪ੍ਰਸੰਗ ਸਰਵਣ ਕਰਾਂਗੇ। ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੁਸ਼ਟ ਚੰਦੂ ਵੱਲੋਂ ਕਸ਼ਟ ਦਿੱਤੇ ਗਏ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਗਮਨ ਕੀਤਾ ਹੈ। ਉਹ ਪ੍ਰਸੰਗ ਭਾਈ ਸਾਹਿਬ ਜੀ ਸੁਣਾਉਣਗੇ ਨਵੇਂ ਅੰਸੂ ਨਵੇਂ ਅਧਿਆਇ ਦੇ ਅੰਦਰ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਹਠ ਕੋ ਤਿਆਗਹਿ ਲਿਹ ਸੁਗਾਈ, ਇਹ ਬਾਤ ਆਸ਼ੇ ਬਨ ਆਈ। ਵਾਹਿਗੁਰੂ।
ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਤਾਰਾ ਆਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।